अस्सलाम वालेकुम नाजरीन, प्रोग्राम अज की गल नाल मैं हाँ थोड़ा मेज़बान शाहिद सकलैन लग। अज ਜਿਹੜਾ ਹੈ ਉਹ ਇੱਕ ਬਹੁਤ ਹੀ ਅਹਿਮ ਪ੍ਰੈਸ ਕਾਨਫਰੰਸ ਹੋਈ DGI SPR ਲੈਫਟੀਨੈਂਟ ਜਨਰਲ ਅਹਿਮਦ ਸ਼ਰੀਫ ਚੌਧਰੀ ਸਾਹਿਬ ਨੇ ਕੀਤੀ। ਉਹਦੇ ਵਿੱਚ ਉਹਨਾਂ ਨੇ ਦੋ ਤਿੰਨ ਮਾਮਲਾਤ ਦੇ ਉੱਤੇ ਬੜੀ ਖੁੱਲ੍ਹ ਕੇ ਗੱਲ ਕੀਤੀ ਹੈ। ਇੱਕ ਤੇ ਉਹਨਾਂ ਨੇ ਜਿਹੜਾ ਇਹ ਪੋਲੀਟੀਕਲ ਨੈਕਸਸ ਹੈ ਦਹਿਸ਼ਤਗਰਦਾਂ ਦੇ ਨਾਲ, ਜਿਹੜਾ ਇੱਕ ਜਿਹਨੂੰ ਪੋਲੀਟੀਕਲ ਨੈਕਸਸ ਕਿਹਾ ਜਾ ਰਿਹਾ ਉਹ ਉਹਦੇ ਉੱਤੇ ਗੱਲ ਕੀਤੀ। ਦੂਜਾ ਉਹਨਾਂ ਅਫਗਾਨਿਸਤਾਨ ਤੇ ਭਾਰਤ ਦਾ ਜਿਹੜਾ ਗੱਠਜੋੜ ਹੈ ਪਾਕਿਸਤਾਨ ਦੇ ਖਿਲਾਫ ਉਸ ਦੇ ਹਵਾਲੇ ਨਾਲ ਗੱਲ ਕੀਤੀ ਤੇ ਨਾਲ ਕੁਝ ਮਜ਼ੀਦ ਮਾਮਲਾਤ 'ਤੇ ਵੀ ਗੱਲ ਕੀਤੀ। ਸ਼ੁਰੂ 'ਚ ਉਹਨਾਂ ਦਾ ਕਹਿਣਾ ਸੀ ਕਿ ਜੀ ਜਿਹੜਾ ਵਜ਼ੀਰ ਆਲਾ KP ਨੇ ਉਹ ਬਹੁਤ ਹੀ ਮੁਖਾਲਫਤ ਕਰ ਰਹੇ ਨੇ ਆਪਰੇਸ਼ਨ ਦੀ, ਜਿਹੜਾ ਹੈ ਉਹ ਇਹਦੇ ਵਿੱਚ KP ਦੇ ਵਿੱਚ। ਤੇ ਵਜ਼ੀਰ ਆਲਾ KP ਦਾ ਜਿਹੜਾ ਬਿਆਨੀਆ ਹੈ ਉਹ ਸਾਫ਼ ਤੌਰ 'ਤੇ ਖੁੱਲ੍ਹ ਕੇ ਸਾਹਮਣੇ ਆ ਗਿਆ। ਉਹਨਾਂ ਦਾ ਕਹਿਣਾ ਸੀ ਕਿ ਜੀ ਮਿਲਟਰੀ ਆਪਰੇਸ਼ਨ ਅਗਰ ਅਸੀਂ ਨਾ ਕਰੀਏ ਤਾਂ ਫਿਰ ਕੀ ਕਹਿੰਦੇ ਹੋ, ਅਸੀਂ ਖਵਾਰਿਜ ਦੇ ਪੈਰਾਂ 'ਚ ਬਹਿ ਜਾਈਏ। ਉਹਨਾਂ ਦਾ ਕਹਿਣਾ ਸੀ ਕਿ ਖੈਬਰ ਪਖਤੂਨਖਵਾ ਦੀ ਹਕੂਮਤ ਨੇ ਸੂਬੇ ਵਿੱਚ ਜਿਹੜਾ ਹੈ ਉਹ ਦਹਿਸ਼ਤਗਰਦੀ ਦੇ ਖਿਲਾਫ ਆਪਰੇਸ਼ਨ ਦੀ ਮੁਖਾਲਫਤ ਕੀਤੀ ਹੈ ਤੇ ਦਹਿਸ਼ਤਗਰਦੀ ਦੇ ਖਿਲਾਫ ਜਿਹੜਾ ਬਿਆਨੀਆ ਹੈ ਉਹਦੇ ਤੋਂ ਸਾਨੂੰ ਕੋਈ ਟਸ ਤੋਂ ਮਸ ਵੀ ਨਹੀਂ ਕਰ ਸਕਦਾ। DGI SPR ਸਾਹਿਬ ਦਾ ਇਹ ਵੀ ਕਹਿਣਾ ਸੀ ਕਿ ਜੀ इस साल जड़ा है पैगाम पाकिस्तान का ਅਸੀਂ ਇਆਦਾ ਕੀਤਾ ਹੈ ਤੇ ਇਹ ਕਲੈਰਿਟੀ ਉਲਮਾ ਤੇ ਮਸ਼ਾਇਖ ਨੂੰ ਵੀ ਹੈ। DG ਸਾਹਿਬ ਨੇ ਕਿਹਾ ਕਿ ਜੀ ਦੂਜੀ ਕਲੈਰਿਟੀ ਜਿਹੜੀ ਹੈ ਉਹ ਹਿੰਦੁਸਤਾਨ ਤੇ ਫਿਤਨਤੁਲ ਖਵਾਰਿਜ ਦੇ ਨੈਕਸਸ ਦੇ ਹਵਾਲੇ ਨਾਲ ਸਾਡੇ ਮੁਲਕ ਵਿੱਚ ਜਿਹੜਾ ਹੈ ਉਹ ਮੌਜੂਦ ਹੈ। ਦਹਿਸ਼ਤਗਰਦੀ ਦੇ ਖਿਲਾਫ ਜੰਗ ਵਿੱਚ ਸਿਆਸੀ ਜਮਾਤਾਂ ਤੇ ਸਿਕਿਉਰਿਟੀ ਫੋਰਸਿਸ ਦਾ ਇੱਕੋ ਹੀ ਬਿਆਨੀਆ ਹੈ। ਦਹਿਸ਼ਤਗਰਦੀ ਦੇ ਖਿਲਾਫ ਜੰਗ ਦੇ ਬਿਆਨੇ ਤੋਂ ਕੋਈ ਸਾਨੂੰ ਨਹੀਂ ਹਟਾ ਸਕਦਾ। ਉਹਨਾਂ ਦਾ ਇਹ ਵੀ ਕਹਿਣਾ ਸੀ ਕਿ ਜੀ ਅਫਗਾਨ ਤਾਲਿਬਾਨ ਤੇ ਖਵਾਰਿਜ ਹਿੰਦੁਸਤਾਨ ਦਾ ਜਿਹੜਾ ਗੱਠਜੋੜ ਹੈ ਉਹ ਵੀ 2025 ਦੇ ਵਿੱਚ ਬੜਾ ਖੁੱਲ੍ਹ ਕੇ ਸਾਹਮਣੇ ਆਇਆ। ਇਸ ਸਾਲ ਕੁਝ ਹੋਰ ਬਾਰੀਕ ਵਾਰਦਾਤਾਂ ਦੀ ਜਿਹੜੀਆਂ ਵਾਰਦਾਤਾਂ ਨੇ ਵਾਰਦਾਤੀਆਂ ਦੀਆਂ ਉਹ ਵੀ ਸਾਹਮਣੇ ਆਈਆਂ ਤੇ ਉਹਨਾਂ ਇਹ ਦੱਸਿਆ ਕਿ ਜੀ ਭਾਰਤੀ TV ਤੇ ਬਹਿ ਕੇ ਇੱਕ ਐਂਕਰ ਕਹਿ ਰਿਹਾ ਸੀ ਕਿ ਅਸੀਂ ਹੁਣ ਅਫਗਾਨਿਸਤਾਨ ਨਾਲ ਮਿਲ ਕੇ ਜਿਹੜਾ ਹੈ ਉਹ ਪਾਕਿਸਤਾਨ ਤੇ ਹਮਲਾ ਕਰਾਂਗੇ ਤੇ ਉਹਨਾਂ ਕਿਹਾ ਕਿ ਅਗਰ ਉਹਨਾਂ ਨੂੰ ਇਹ ਸ਼ੌਕ ਹੈ ਤੇ ਫਿਰ ਆ ਜਾਓ, ਅਸੀਂ ਤੁਹਾਡਾ ਇਹ ਸ਼ੌਕ ਵੀ ਪੂਰਾ ਕਰ ਦੇਣਾ। ਉਹਨਾਂ ਨੇ ਕਿਹਾ ਕਿ ਜੀ ਜਿਸ ਟਾਈਮ ਪਾਕਿਸਤਾਨ ਨਾਲ ਝੜਪਾਂ ਹੋ ਰਹੇ ਸਨ ਅਫਗਾਨ ਤਾਲਿਬਾਨ ਦੀਆਂ, ਅਫਗਾਨ ਰਜੀਮ ਦੀਆਂ, ਤੇ ਉਸ ਵਕਤ ਜਿਹੜਾ ਅਫਗਾਨ ਵਜ਼ੀਰ ਖਾਰਜਾ ਸੀ ਉਹ ਜਾ ਕੇ ਜਿਹੜਾ ਹੈ ਉਹ ਬਹਿ ਗਿਆ ਭਾਰਤ ਦੇ ਬਾਕਾਇਦਾ ਤੌਰ 'ਤੇ ਪੈਰਾਂ ਦੇ ਵਿੱਚ। ਅਫਗਾਨਿਸਤਾਨ ਵਿੱਚ ਉਹਨਾਂ ਕਿਹਾ ਕਿ ਕੋਈ ਵੀ ਹਕੂਮਤ ਮੌਜੂਦ ਨਹੀਂ, ਇਹ ਇੱਕ ਛੋਟਾ ਜਿਹਾ ਗਰੋਹ ਹੈ ਜਿਹੜਾ ਕਾਬਜ਼ ਹੈ। DGI SPR ਸਾਹਿਬ ਨੇ ਇਹ ਕਿਹਾ ਕਿ ਇੱਕ ਅਰਸੇ ਤੋਂ ਅਸੀਂ ਕਹਿ ਰਹੇ ਹਾਂ ਕਿ ਅਫਗਾਨ ਦਹਿਸ਼ਤਗਰਦੀ ਦਾ ਗੜ੍ਹ ਬਣ ਚੁੱਕਾ ਅਫਗਾਨਿਸਤਾਨ ਤੇ ਇਹ ਹੁਣ ਸਾਰੀ ਦੁਨੀਆ ਵਿੱਚ ਜਿਹੜਾ ਹੈ ਉਹ ਵਾਜ਼ੇ ਹੋ ਗਿਆ ਕਿ ਅਫਗਾਨਿਸਤਾਨ ਜਿਹੜਾ ਹੈ ਉਹ ਵਾਕਈ ਦਹਿਸ਼ਤਗਰਦੀ ਦਾ ਗੜ੍ਹ ਹੈ। ਉਹਨਾਂ ਜਿਹੜਾ ਇਹ ਕਿਹਾ ਕਿ ਜੀ ਅਫਗਾਨਿਸਤਾਨ ਜਿਹੜਾ ਹੈ ਉਹ ਈਰਾਨ, ਅਜ਼ਰਬੈਜਾਨ, ਤਾਜਿਕਸਤਾਨ ਤੇ ਇਹਨਾਂ ਜਿੰਨੇ ਵੀ ਮੁਲਕਾਂ ਦੇ ਵਿੱਚ ਜਿਹੜਾ ਕੋਈ ਮਾਮਲਾ ਹੋ ਰਿਹਾ ਉਹਦੇ ਵਿੱਚ ਅਫਗਾਨਿਸਤਾਨ ਵਾਲੇ ਅਫਗਾਨਿਸਤਾਨ ਤੋਂ ਜਿਹੜਾ ਹੈ ਹਮਲੇ ਹੋ ਰਹੇ ਨੇ ਇਹਨਾਂ ਮਮਾਲਿਕ ਵਿੱਚ। ਅਕਵਾਮ ਮੁਤਹਿਦਾ ਦੀ ਰਿਪੋਰਟ ਦਾ ਉਹਨਾਂ ਜ਼ਿਕਰ ਕੀਤਾ ਕਿ ਅਕਵਾਮ ਮੁਤਹਿਦਾ ਦੀ ਰਿਪੋਰਟ ਵਿੱਚ ਅਫਗਾਨਿਸਤਾਨ ਵਿੱਚ ਬੈਨ ਅਲ-ਅਕਵਾਮੀ ਦਹਿਸ਼ਤਗਰਦ ਤਕਰੀਬਨ 20 ਤਨਜ਼ੀਮਾਂ ਦੇ ਹਵਾਲੇ ਨਾਲ ਜਿਹੜਾ ਹੈ ਕਿਹਾ ਗਿਆ ਕਿ ਉਹ ਫਆਲ ਨੇ। ਉਹਨਾਂ ਇਹ ਆਖਿਆ ਕਿ ਜੀ ਪੂਰੀ ਕੌਮ ਤੇ ਸਿਕਿਉਰਿਟੀ ਫੋਰਸਿਸ ਦਹਿਸ਼ਤਗਰਦੀ ਦੇ ਖਿਲਾਫ ਜਿਹੜਾ ਹੈ ਉਹ ਜੰਗ ਵਿੱਚ ਕੁਰਬਾਨੀਆਂ ਦਿੱਤੀਆਂ ਨੇ ਤੇ ਇੱਕ ਸੂਬੇ ਦੀ ਹਕੂਮਤ ਕਹਿੰਦੀ ਹੈ ਕਿ ਅਸੀਂ ਉੱਥੋਂ ਆਪਰੇਸ਼ਨ ਅਸੀਂ ਉੱਥੇ ਨਹੀਂ ਹੋਣ ਦੇਵਾਂਗੇ ਤੇ ਇਹ ਜਿਹੜਾ ਹੈ ਉਹ ਜ਼ਾਹਿਰ ਹੈ ਉੱਥੇ ਆਪਰੇਸ਼ਨ ਹੁਣ ਵੀ ਹੋ ਰਹੇ ਨੇ, IBOs ਹੋ ਰਹੇ ਨੇ ਤੇ ਇਹ ਸਾਰਾ ਮਾਮਲਾ ਹੁਣ ਉੱਥੇ ਚੱਲ ਰਿਹਾ। ਸਾਡੇ ਜਿਹੜੇ ਜਵਾਨ ਨੇ ਉਹ ਸ਼ਹਾਦਤਾਂ ਦੇ ਰਹੇ ਨੇ ਤੇ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਕਿ ਅਸੀਂ ਉਹਨੇ ਦਹਿਸ਼ਤਗਰਦਾਂ ਦੇ ਖਿਲਾਫ ਕਾਰਵਾਈ ਨਾ ਕਰੀਏ। ਉਹਨਾਂ ਦਾ ਇਹ ਕਹਿਣਾ ਸੀ ਕਿ ਜੀ ਜਿਹੜਾ ਇਸ ਵਾਰ ਜਿਹੜਾ ਹੈ ਇਸ ਤਰ੍ਹਾਂ ਦੇ ਲੋਕਾਂ ਦਾ ਜਿਹੜਾ ਬਿਆਨੀਆ ਹੈ ਉਹ ਵੀ ਖੁੱਲ੍ਹ ਕੇ ਸਾਹਮਣੇ ਆ ਗਿਆ। ਉਹਨਾਂ ਲੋਕਾਂ ਦਾ ਕੋਲ ਉਹਨਾਂ ਦਾ ਔਰ ਕੋਈ ਸਿਆਸੀ ਬਿਆਨੀਆ ਨਹੀਂ, ਜੇ ਉਹਨਾਂ ਕੋਲ 2-3 ਸਵਾਲ ਕਰ ਲਈਏ ਤੇ ਫਿਰ ਉਹਨਾਂ ਕੋਲ ਕੋਈ ਜਵਾਬ ਨਹੀਂ ਹੁੰਦਾ। ਬਹਰਹਾਲ ਇਸ ਮਾਮਲੇ 'ਤੇ ਵੀ ਉਹਨਾਂ ਨੇ ਜ਼ਿਕਰ ਕੀਤਾ। ਉਹਦੇ ਇਲਾਵਾ ਜਿਹੜਾ ਈਰਾਨ ਦਾ ਮਾਮਲਾ ਹੈ ਉਹਦੇ ਉੱਤੇ ਵੀ ਉਹਨਾਂ ਗੱਲ ਕੀਤੀ ਤੇ ਨਾਲ ਬਹੁਤ ਸਾਰੇ ਹੋਰ ਵੀ ਮਾਮਲਾਤ ਨੇ ਜਿਹਦੇ ਉੱਤੇ ਜਿਹੜਾ ਹੈ ਇਸ ਪ੍ਰੈਸ ਕਾਨਫਰੰਸ ਵਿੱਚ ਗੱਲ ਕੀਤੀ ਗਈ। ਇਸ ਸਾਰੇ ਮਾਮਲੇ 'ਤੇ ਗੱਲ ਕਰਨ ਵਾਸਤੇ ਮੇਰੇ ਨਾਲ ਮੌਜੂਦ ਨੇ ਏਅਰ ਕਮੋਡੋਰ ਰਿਟਾਇਰਡ ਖਾਲਿਦ ਚਿਸ਼ਤੀ ਸਾਹਿਬ। ਉਹਨਾਂ ਤੋਂ ਪੁੱਛਾਂਗੇ ਇਸ ਪ੍ਰੈਸ ਕਾਨਫਰੰਸ ਦੇ ਹਵਾਲੇ ਨਾਲ ਵੀ ਤੇ ਦੂਜਾ ਸਾਡੇ ਖਿੱਤੇ ਦੇ ਵਿੱਚ ਜਿਹੜੀਆਂ ਤਬਦੀਲੀਆਂ ਆ ਰਹੀਆਂ ਨੇ ਉਹਨਾਂ ਦੇ ਹਵਾਲੇ ਨਾਲ ਵੀ। ਬਹੁਤ ਬਹੁਤ ਸ਼ੁਕਰੀਆ ਖਾਲਿਦ ਚਿਸ਼ਤੀ ਸਾਹਿਬ। ਸਭ ਤੋਂ ਪਹਿਲਾਂ ਤਾਂ DGI SPR ਸਾਹਿਬ ਦੀ ਪ੍ਰੈਸ ਕਾਨਫਰੰਸ ਦਾ ਜ਼ਿਕਰ ਕਰ ਦਿੰਦੇ ਹਾਂ। ਉਹਨਾਂ ਇੱਕ ਪੋਲੀਟੀਕਲ ਕ੍ਰਿਮੀਨਲ ਨੈਕਸਸ ਦਾ ਜ਼ਿਕਰ ਕੀਤਾ। ਮੈਂ ਚਾਹਾਂਗਾ ਕਿ ਜਿਹੜਾ ਡਰੱਗਸ, ਅਸਲਾ ਅਤੇ ਇਸ ਮਾਮਲੇ ਦੇ ਹਵਾਲੇ ਨਾਲ ਉਹਨਾਂ ਜ਼ਿਕਰ ਕੀਤਾ ਹੈ, ਤੁਸੀਂ ਜਿਹੜਾ ਹੈ ਔਰ ਇਹਨਾਂ ਇਹ ਵੀ ਕਿਹਾ ਹੈ ਕਿ ਜੀ ਇਹ ਪੈਸਾ ਜਿਹੜਾ ਹੈ ਉਹ ਦਹਿਸ਼ਤਗਰਦੀ ਦੇ ਵਿੱਚ ਇਸਤੇਮਾਲ ਹੋ ਰਿਹਾ। ਮੈਂ ਚਾਹਾਂਗਾ ਜ਼ਰਾ ਇਹਨੂੰ ਤੁਸੀਂ ਇਹਦੀ ਵਜ਼ਾਹਤ ਕਰੋ ਕਿ ਮਕਸਦ ਉਹਨਾਂ ਦਾ ਮਤਲਬ ਕੀ ਸੀ ਇਹ ਕਹਿਣ ਦਾ। ਬਹੁਤ ਸ਼ੁਕਰੀਆ ਜੀ ਤੁਸੀਂ ਇਨਵਾਈਟ ਕੀਤਾ। ਦੇਖਿਓ ਇਹ ਦੁਨੀਆ 'ਚ ਹੁਣ ਐਸਟੈਬਲਿਸ਼ ਹੋ ਗਿਆ ਫੈਕਟ ਕਿ ਆਉਣ ਵਾਲੀਆਂ ਜੰਗਾਂ ਜਿਹੜੀਆਂ ਨੇ ਸਿਰਫ ਮਿਲਟਰੀ ਮਾਈਟ ਜਾਂ ਫੋਰਸਿਸ ਜਾਂ ਵੈਪਨਸ ਨਾਲ ਨਹੀਂ ਲੜੀਆਂ ਜਾਣਗੀਆਂ ਔਰ ਇਹ ਹਮੇਸ਼ਾ ਤੋਂ ਜ਼ਾਹਿਰ ਹੈ ਮੁਸਲਮਾ ਅਸੂਲ ਰਿਹਾ ਹੈ ਕਿ ਜਿੰਨਾ ਚਿਰ ਇੱਕ ਕੌਮ ਮੁਤਹਿਦ ਹੋ ਕੇ ਇੱਕ ਰਿਜ਼ੋਲਵ ਹੋ ਕੇ ਦੁਸ਼ਮਣ ਨੂੰ ਅਗਰ ਇਹ ਮੈਸੇਜ ਨਹੀਂ ਦਿੰਦੀ ਕਿ ਅਸੀਂ ਆਪਣੀ ਫੋਰਸਿਸ ਦੇ ਨਾਲ ਆ ਜਾਂ ਪਿੱਛੇ ਖੜੇ ਹਾਂ, ਦੁਨੀਆ 'ਚ ਕੋਈ ਵੀ ਫੌਜ ਇੰਡੀਪੈਂਡੈਂਟ ਨਹੀਂ ਲੜ ਸਕਦੀ। ਉਹ ਜ਼ਾਹਿਰ ਹੈ ਜਿੰਨਾ 'ਚ ਇੱਕ ਹਾਰਮਨੀ ਨਹੀਂ ਹੋਏਗੀ, ਇੱਕ ਯੂਨਿਟੀ ਕਮਾਂਡ ਨਹੀਂ ਹੋਏਗੀ, ਲੋਕਾਂ 'ਚ ਇੱਕ ਰਿਜ਼ੋਲਵ ਨਹੀਂ ਹੋਏਗਾ। ਮੈਂ ਅਕਸਰ ਲੋਕਾਂ ਨੂੰ ਕਹਿੰਦਾ ਕਿ ਮੈਂ ਐਜ਼ ਅ ਫਾਈਟਰ ਪਾਇਲਟ ਮੇਰਾ ਜਹਾਜ਼ ਤੇ ਪੈਟਰੋਲ ਨਾਲ ਉੱਡਦਾ ਲੇਕਿਨ ਮੈਂ ਲੋਕਾਂ ਦੀ ਤਵੱਕੁਆਤ ਔਰ ਦੁਆਵਾਂ ਨਾਲ ਉੱਡਣਾ। ਅਗਰ ਮੇਰੇ ਪਿੱਛੇ ਲੋਕਾਂ ਦੀ ਤਵੱਕੁਆਤ ਔਰ ਦੁਆਵਾਂ ਔਰ ਸਪੋਰਟ ਨਹੀਂ ਹੋਣਗੀਆਂ ਤੇ ਉਸ ਤਰ੍ਹਾਂ ਤੁਸੀਂ ਕੋਈ ਵੀ ਦੁਨੀਆ ਦਾ ਵੈਪਨ ਨਹੀਂ ਚਲਾ ਸਕਦੇ, ਜੰਗ ਨਹੀਂ ਜਿੱਤ ਸਕਦੇ।
ਜਿਤਨਾ ਜ਼ਿਆਦਾ ਤੁਹਾਡੀ ਸੋਸਾਇਟੀ ਦੇ ਅੰਦਰ ਲੋਕਾਂ ਦੇ ਅੰਦਰ ਕ੍ਰੈਕ ਹੋਏਗਾ, ਪੋਲਰਾਈਜੇਸ਼ਨ ਹੋਏਗੀ, ਇੱਕ ਦੂਸਰੇ ਦੇ ਖਿਲਾਫ ਮੁਖਾਲਫਤ ਹੋਏਗੀ, ਔਰ ਜਿਸ ਤਰ੍ਹਾਂ ਇੱਕ ਫੀਲਿੰਗ ਹੋਏਗੀ ਅਨਜਸਟੀਫਿਕੇਸ਼ਨ ਦੀ, ਲੈਕ ਆਫ ਪਾਰਟਿਸਿਪੇਸ਼ਨ ਦੀ, ਲੈਕ ਆਫ ਗਵਰਨੈਂਸ ਦੀ, ਸੈਂਸ ਆਫ ਪਾਰਟਿਸਿਪੇਸ਼ਨ ਦੀ, ਉਤਨਾ ਹੀ ਜ਼ਿਆਦਾ ਦੁਸ਼ਮਣ ਨੂੰ ਮੌਕਾ ਮਿਲਦਾ ਹੈ। ਜ਼ਾਹਿਰ ਹੈ ਉਹਦੇ ਵਾਸਤੇ ਆਈਡੀਅਲ ਸਿਚੁਏਸ਼ਨ ਹੈ ਕਿ ਜੋ ਕੌਮ ਹੋਏ, ਲੋਕ ਹੋਣ, ਕਿਸੇ ਤਰ੍ਹਾਂ ਡਿਵਾਈਡਡ ਹੋਣ, ਉਹ ਇੱਕ ਜਗ੍ਹਾ ਦੂਸਰੀ ਜਗ੍ਹਾ ਆਬਵੀਅਸਲੀ ਲੜਨਾ ਚਾਹੁੰਦੇ ਨੇ, ਲੇਕਿਨ ਇੱਕ ਤਰਫ ਉਹ ਇੱਕ ਦੂਸਰੇ ਦੇ ਮੁਖਾਲਫ ਵੀ ਨੇ। ਤੇ ਮੇਰਾ ਖਿਆਲ ਹੈ ਇਹ ਇੱਕ ਯੂਨੀਵਰਸਲ ਰਿਕੁਆਇਰਮੈਂਟ ਹੋ ਚੁੱਕੀ ਹੈ। ਇਹਦੇ 'ਚ ਕੋਈ ਰਾਕਟ ਸਾਇੰਸ ਨਹੀਂ ਰਹਿ ਗਈ, ਔਰ ਇਹਦੇ 'ਚ ਕੋਈ ਰਿਸਰਚ, ਕੋਈ ਐਨਾਲਿਸਟ ਨਹੀਂ ਚਾਹੀਦੇ ਦੇਖਣ ਵਾਸਤੇ ਕਿ ਇਹ ਜੰਗ ਜਿੱਤਣ ਵਾਸਤੇ ਇੱਕ ਯੂਨਿਟੀ ਬਹੁਤ ਜ਼ਰੂਰੀ ਹੈ। ਤੇ ਉਹ ਵੀ ਸ਼ਾਇਦ ਇਹੀ ਤਵੱਕੋ ਕਰ ਰਹੇ ਨੇ ਕਿ ਕੌਮ ਮੁਤਹਿਦ ਹੋਏ, ਇੱਕ ਸਾਡਾ ਬਿਆਨੀਆ ਹੋਏ, ਇੱਕ ਸਾਡਾ ਨੈਰੇਟਿਵ ਹੋਏ। ਦੁਨੀਆ ਤਾਂ ਹੀ ਹੈ, ਵੈਨੇਜ਼ੁਏਲਾ ਦੀ ਮਿਸਾਲ ਤੁਹਾਡੇ ਸਾਹਮਣੇ ਵਿੱਚ ਲੋਕ ਡਿਵਾਈਡਡ ਸਨ, ਕਿਸ ਤਰ੍ਹਾਂ ਉਹਨਾਂ ਦਾ ਸਦਰ ਤੱਕ ਚੁੱਕ ਕੇ ਲੈ ਗਏ। ਛੋਟਾ ਮੋਟਾ ਉਹਨਾਂ ਨੇ ਕੋਈ ਅਫਸਰ ਨਹੀਂ ਚੁੱਕਿਆ, ਮੁਲਕ ਦੇ ਸਦਰ ਨੂੰ ਉਹਨਾਂ ਨੇ ਚੁੱਕ ਲਿਆ ਰਾਤ ਨੂੰ 2 ਵਜੇ ਆ ਕੇ, ਤੇ ਫਿਰ ਵੀ ਕੁਝ ਨਹੀਂ ਹੋ ਸਕਿਆ। ਤੇ ਜਿੰਨੀ ਕੌਮ ਮੁਤਹਿਦ ਹੋਏਗੀ, ਮੇਰਾ ਖਿਆਲ ਹੈ ਬਾਹਰ ਦੀ ਕੌਮਾਂ ਜਾਂ ਫੋਰਸਿਸ ਜਿਹੜੀਆਂ ਖਿਲਾਫ ਹੁੰਦੀਆਂ ਨੇ ਮੁਲਕ ਦੇ, ਉਹਨਾਂ ਹੀ ਖੌਫਜ਼ਦਾ ਹੋਣਗੀਆਂ ਤੁਹਾਡੇ ਕੋਲ। ਜੀ ਸਾਹਿਬ, ਇਹ ਵੀ ਦੱਸੋ ਕਿ ਇੱਕ ਪਾਸੇ ਸੂਬੇ ਦਾ ਚੀਫ ਐਗਜ਼ੈਕਟਿਵ ਹੈ, ਵਜ਼ੀਰ ਆਲਾ, ਉਹ ਕਹਿ ਰਿਹਾ ਕਿ ਜੀ ਅਸੀਂ ਆਪਰੇਸ਼ਨ ਨਹੀਂ ਹੋਣ ਦੇਵਾਂਗੇ। ਅੱਜ ਡੀ ਸਾਹਿਬ ਨੇ ਕਿਹਾ ਕਿ ਜੀ ਆਪਰੇਸ਼ਨ ਤੇ ਉੱਥੇ ਹੋ ਰਿਹਾ ਹੈ, ਜ਼ਹਿਰੀ ਗੱਲ ਹੈ, ਤੇ ਉਹ ਰੁਕ ਵੀ ਨਹੀਂ ਸਕਦਾ। ਤੇ ਇਹ ਇੱਕ ਪਾਸੇ ਵਿਫਾਕ ਦਾ ਇੱਕ ਇਦਾਰਾ ਹੈ, ਇੱਕ ਪਾਸੇ ਇੱਕ ਸੂਬਾ ਹੈ। ਤੇ ਇਹ ਜਿਹੜਾ ਮਾਮਲਾ ਹੈ, ਇਹ ਤੁਹਾਨੂੰ ਕਿਤਨੀ ਇੱਕ ਵੱਡੀ ਗੱਲ ਨਜ਼ਰ ਆ ਰਹੀ ਹੈ ਕਿ ਸੂਬਾ ਇੱਕ ਗੱਲ ਕਰ ਰਿਹਾ ਹੈ, ਡੀ ਸਾਹਿਬ ਦੂਜੀ ਗੱਲ ਕਰ ਰਹੇ ਨੇ। ਜ਼ਰਾ ਇਹਦੀ ਵੀ ਵਜ਼ਾਹਤ ਕਰ ਦਿਓ ਤੇ ਇਹਦਾ ਹੱਲ ਕੀ ਹੈ, ਇਹ ਵੀ ਜ਼ਰਾ ਦੱਸ ਦਿਓ। ਦੇਖੋ ਜੀ, ਇਹ ਤੇ ਪੋਲੀਟੀਕਲ ਸਬਜੈਕਟ ਆ ਜਾਂਦਾ, ਮੇਰੀ ਉਹ ਸਪੈਸ਼ਲਾਈਜੇਸ਼ਨ ਨਹੀਂ ਹੈ, ਲੇਕਿਨ ਉਹ ਪਹਿਲੇ ਸਵਾਲ 'ਚ ਮੈਂ ਜਵਾਬ ਦੇ ਦਿੱਤਾ ਹੈ ਕਿ ਇੱਕ ਰਿਕੁਆਇਰਮੈਂਟ ਹੈ ਮੁਲਕ ਦੀ, ਸਟੇਟ ਦੀ, ਪਾਕਿਸਤਾਨ ਐਜ਼ ਏ ਮੁਲਕ ਦੀ, ਕਿ ਜਿੰਨੀ ਯੂਨਿਟੀ ਹੋਏਗੀ ਉਹਨਾਂ ਦੁਸ਼ਮਣ ਨੂੰ ਘੱਟ ਚਾਂਸ ਮਿਲੇਗਾ। ਉਹਦੇ 'ਚ ਕਿੰਨਾ ਰੋਲ ਪਲੇ ਕਰਨਾ ਹੈ, ਮੇਰਾ ਖਿਆਲ ਹੈ ਉਹ ਮੇਰੀ ਸਪੈਸ਼ਲਾਈਜੇਸ਼ਨ ਨਹੀਂ ਹੈਗੀ, ਤਾਂ ਉਹਦੇ ਵਾਸਤੇ ਮੈਂ ਮਾਜ਼ਰਤ ਚਾਹਾਂਗਾ। ਲੇਕਿਨ ਮੈਂ ਪਹਿਲੇ ਕਹਿ ਚੁੱਕਿਆ ਸਵਾਲ 'ਚ ਕਿ ਜਿੰਨੀਆਂ ਕੌਮਾਂ ਲੜਦੀਆਂ ਨੇ, ਉਹ ਉਨੀ ਹੀ ਅਗਰੈਸ਼ਨ, ਉਨੀ ਹੀ ਮਜ਼ਬੂਤੀ ਨਾਲ, ਉਨੀ ਹੀ ਰਿਜ਼ੋਲਵ ਜਾਂ ਹਿੰਮਤ ਨਾਲ ਜਵਾਬ ਦਿੰਦੀਆਂ ਨੇ ਜਿੰਨੀ ਉਹਨਾਂ 'ਚ ਯੂਨਿਟੀ ਹੁੰਦੀ ਹੈ। ਜਿੰਨਾ ਤੁਹਾਡੇ ਤਫਰਕਾ ਹੋਏਗਾ, ਦੁਸ਼ਮਣ ਉਹਦੇ ਤੇ ਖੁਸ਼ ਹੁੰਦਾ ਹੈ। ਜੀ ਸਾਹਿਬ, ਮੈਂ ਇਹ ਵੀ ਪੁੱਛਾਂਗਾ ਕਿ ਅੱਜ ਡੀ ਸਾਹਿਬ ਨੇ ਇੱਕ ਭਾਰਤੀ ਐਂਕਰ ਦਾ ਜਿਹੜਾ ਹਵਾਲਾ ਦਿੱਤਾ, ਔਰ ਇੱਕ ਦੋ ਕਲਿੱਪ ਵੀ ਵਿਖਾ ਕੇ ਉਹਨਾਂ ਕਿਹਾ ਕਿ ਜੀ ਵੇਖੋ, ਇਹ ਜਿਹੜੇ ਭਾਰਤੀ ਐਂਕਰ ਨੇ ਉਹ ਟੀਵੀ ਤੇ ਬਹਿ ਕੇ ਕਹਿ ਰਹੇ ਨੇ ਕਿ ਜੀ ਅਫਗਾਨਿਸਤਾਨ ਤੇ ਭਾਰਤ ਹੁਣ ਮਿਲ ਕੇ ਜਿਹੜਾ ਹੈ ਉਹ 2026 ਦੇ ਵਿੱਚ ਹਮਲਾ ਕਰਨਗੇ ਪਾਕਿਸਤਾਨ ਤੇ ਇਹ ਜਿਹੜਾ ਹੈ ਮੈਂ ਚਾਹਾਂਗਾ ਕਿ ਇਹ ਜੀ ਕੋਈ ਸੂਰਤ ਹਾਲ ਜਿਹੜਾ ਹੈ ਉਹ 2026 ਚ ਪੈਦਾ ਹੋ ਸਕਦੀ ਹੈ। ਪਹਿਲੇ ਤੇ ਮੈਂ ਅੱਲਾਹ ਕੋਲੋਂ ਮਾਫੀ ਮੰਗਣਾ ਕਿ ਇੱਕ ਐਂਕਰ ਇਤਨਾ ਤਾਕਤਵਰ ਹੋ ਗਿਆ ਕਿ ਉਹ ਪਲੈਨਿੰਗ ਕਰ ਰਿਹਾ ਔਰ ਉਹ ਸਾਨੂੰ ਦੱਸ ਰਿਹਾ ਕਿ ਜੰਗ ਕਿਤੋਂ ਲੜਨੀ ਹੈ, ਕਿਹੜੇ ਲੜਨੀ ਹੈ, ਕਿਹੜੇ ਮੁਲਕਾਂ ਲੜਨੀ ਹੈ ਤੇ ਹਮਲਾ ਕਿਤੇ ਤੇ ਹੋਣਾ ਹੈ। ਤੇ ਪਹਿਲੇ ਤੇ ਉਹ ਮੈਨੂੰ ਥੋੜਾ ਜਿਹਾ ਡਿਸਕਨੈਕਟ ਲੱਗਦਾ। ਉਹਨਾਂ ਦਾ ਕੋਈ ਜਨਰਲ ਕਵੇ ਜਾਂ ਉਹਨਾਂ ਦਾ ਕੋਈ ਡਿਫੈਂਸ ਮਿਨਿਸਟਰ ਕਹੇ ਤੇ ਫਿਰ ਤੇ ਮੈਨੂੰ ਕੋਈ ਖੌਫਜ਼ਦਾ ਹੋਣਾ ਚਾਹੀਦਾ ਹੈ। ਐਂਕਰ ਦਾ ਮੈਂ ਹੁਣ ਕੀ ਜਵਾਬ ਦੇਵਾਂ ਕਿ ਇੱਕ ਐਂਕਰ ਕਹਿੰਦਾ ਕਿ ਜੀ ਹਮਲਾ ਕਰਨ ਲੱਗੇ, ਤੇ ਐਂਕਰ ਨੂੰ ਜ਼ਿਆਦਾ ਪਤਾ ਹੈ ਉਹਨਾਂ ਦੀ ਮਿਲਟਰੀ, ਉਹਨਾਂ ਦੇ ਡਿਫੈਂਸ ਫੋਰਸਿਸ ਨਾਲੋਂ, ਸੀਡੀਐਸ ਹੈਗੇ ਨੇ ਉਹਨਾਂ ਦੇ, ਉਹਨਾਂ ਨੂੰ ਮੇਰਾ ਖਿਆਲ ਹੈ ਸਾਡਾ ਉਹਦੇ ਤੇ ਜ਼ਿਆਦਾ ਟਰਸਟ ਕਰਨਾ ਚਾਹੀਦਾ ਹੈ ਬਜਾਏ ਐਂਕਰ ਤੇ। ਲਾਹੌਰ ਵੀ ਕਬਜ਼ਾ ਕਰਾ ਚੁੱਕੇ ਸਨ, ਸਾਡੀ ਬਹਿਰੀ ਬੇੜੇ ਵੀ ਇੱਥੇ ਪਹੁੰਚਾ ਚੁੱਕੇ ਸਨ, ਉਹ ਕਰਾਚੀ ਵੀ ਕਬਜ਼ਾ ਹੋ ਗਿਆ ਤਾਂ ਸੀ। ਤੇ ਐਂਕਰ ਦੇ ਉੱਤੇ ਹੁਣ ਮੈਂ ਕੀ ਜਵਾਬ ਦੇਵਾਂ? ਉਹਨਾਂ ਦੇ ਐਂਕਰ ਦੀ ਕ੍ਰੈਡੀਬਿਲਿਟੀ ਦੁਨੀਆ ਜਾਣ ਚੁੱਕੀ ਹੈ, ਔਰ ਪਿਛਲੇ 7 ਮਹੀਨਿਆਂ ਦਾ ਤੁਸੀਂ ਦੇਖਿਆ ਕਿ ਉਹਨਾਂ ਦੀ ਐਂਕਰ ਚੀਖ ਕੇ ਕਹਿ ਰਹੇ ਨੇ ਕਿ ਹਮਨੇ ਫਤਹ ਵੀ ਹਾਸਿਲ ਕਰ ਲਈ, ਪਾਕਿस्तान के जहाज भी गिरा दिए। ਉਹਨਾਂ ਦੇ 에ਅਰਫੋਰਸ ਚੀਫ ਵੀ ਕਹਿ ਰਹੇ ਨੇ, ਲੇਕਿਨ ਗੱਲ ਕੋਈ ਵੀ ਨਹੀਂ ਮੰਨ ਰਿਹਾ। ਕਿਉਂਕਿ ਜਦੋਂ ਇੱਕ ਦਫਾ ਤੁਹਾਡੀ ਕ੍ਰੈਡੀਬਿਲਿਟੀ ਲੂਜ਼ ਹੋ ਜਾਏ ਨਾ, ਕੋਈ ਵੀ, ਚਾਹੇ ਉਹ ਐਂਕਰ ਹੋਵੇ, ਚਾਹੇ ਜਨਰਲ ਹੋਵੇ, ਚਾਹੇ 에ਅਰ ਚੀਫ ਮਾਰਸ਼ਲ AP ਸਿੰਘ ਸਾਹਿਬ ਹੋਣ ਹਿੰਦੁਸਤਾਨ ਦੇ 에ਅਰਫੋਰਸ ਚੀਫ, ਫਿਰ ਬ੍ਰੇਕਿੰਗ ਨਿਊਜ਼ ਟਿਕਰ ਨਹੀਂ ਚਲਾਉਂਦੀ ਦੁਨੀਆ, ਕਿਉਂਕਿ ਦੁਨੀਆ ਸਮਝਦੀ ਹੈ ਕਿ ਸਬਸਟੈਂਸ ਕਿੱਥੇ ਹੈ ਤੁਹਾਡੀ ਗੱਲ 'ਚ, ਯਾਨੀ ਇਹ ਵਰਥ ਕੀ ਹੈ ਤੁਹਾਡੀ, ਕ੍ਰੈਡੀਬਲ ਹੋ ਕਿ ਨਹੀਂ ਹੋ। ਇੰਡੀਅਨ 에ਅਰਫੋਰਸ ਚੀਫ ਦਾ ਦੇਖ ਲਓ, ਐਂਕਰ ਨੂੰ ਮੈਂ ਕਿਉਂ ਪੁੱਛਾਂ? ਮੈਂ 에ਅਰਫੋਰਸ ਚੀਫ ਇੰਨੀ ਦਫਾ ਆ ਕੇ ਮੀਡੀਆ ਤੇ ਕਹਿ ਚੁੱਕੇ ਨੇ 5-6 ਜਹਾਜ਼ ਮਾਰੇ ਉਹਨਾਂ ਨੇ, 9 ਅਗਸਤ ਨੂੰ ਕਿਹਾ, ਫਿਰ 2 ਮਹੀਨੇ ਬਾਅਦ ਦੁਬਾਰਾ ਆਏ ਕॉन्फ्लिक्ट ਦੇ 5 ਮਹੀਨੇ ਬਾਅਦ ਆ ਕੇ ਕਿ ਹਮਨੇ 10-12 ਜਹਾਜ਼ ਮਾਰੇ। ਤੁਸੀਂ ਦੁਨੀਆ ਦਾ ਕੋਈ ਮੀਡੀਆ ਚੁੱਕ ਕੇ ਦੇਖ ਲਓ, ਉਹਨਾਂ ਦਿਨਾਂ 'ਚ ਕੋਈ ਸ਼ੋਅ ਕਰ ਰਿਹਾ ਸੀ, ਉਹਨਾਂ ਦੀ ਬ੍ਰੇਕਿੰਗ ਨਿਊਜ਼ ਚਲਾ ਰਿਹਾ ਸੀ? ਉਹਨਾਂ ਦੀ ਕੋਈ ਨਹੀਂ ਸੀ ਚਲਾ ਰਿਹਾ, ਕਿਉਂਕਿ ਉਹਨਾਂ ਦੀ ਕ੍ਰੈਡੀਬਿਲਿਟੀ ਨਹੀਂ ਰਹੀ। ਜਦੋਂ ਕਿਸੇ ਮੁਲਕ ਦੀ ਕ੍ਰੈਡੀਬਿਲਿਟੀ ਨਾ ਰਹੇ ਤਾਂ ਫਿਰ ਜ਼ਾਹਿਰ ਹੈ ਇਸੇ ਤਰ੍ਹਾਂ ਦੇ ਸਾਡੇ ਜੇ ਲੋਕ ਕਮੈਂਟ ਕਰਨਗੇ। ਐਂਕਰ ਦਾ ਤੇ ਮੇਰਾ ਨਹੀਂ ਖਿਆਲ ਕਿ ਉਹਦੀ ਇੰਨੀ ਪਲੈਨਿੰਗ ਜਾਂ ਇੰਨਾ ਐਕਸੈਸ ਹੈਗਾ ਸੀਕ੍ਰੇਟ ਪਲੈਨਿੰਗ ਜਾਂ ਟੌਪ ਸੀਕ੍ਰੇਟ ਵਾਰ ਪਲਾਨ ਨਾਲ ਕਿ ਉਹ ਡਿਸਾਈਡ ਕਰੇ, ਜਾਂ ਉਹਦੀ ਜਜਮੈਂਟ ਮੈਂ ਆਨਰ ਕਰਾਂ ਕਿ ਜੀ ਉਹਨੇ ਸਾਡੇ ਤੇ ਕਿਹਾ ਕਿ ਹਮਲਾ ਹੋ ਜਾਏ ਤੇ ਅੱਜ ਹਮਲਾ ਹੋ ਜਾਣਾ। ਇਨਸ਼ਾਅੱਲਾ ਐਸੀ ਕੋਈ ਗੱਲ ਨਹੀਂ। ਸਾਡੀ ਮੁਸੱਲਹ ਆਵਾਜ਼ ਬੜੀ ਤਿਆਰ ਨੇ, ਅਸੀਂ 2 ਫਰੰਟ ਕਦੀ ਵੀ ਲੜਨਾ ਨਹੀਂ ਚਾਹਾਂਗੇ, ਮੈਂ ਕਈ ਦਫਾ ਕਹਿ ਚੁੱਕੇ ਹਾਂ। ਲੇਕਿਨ ਅਗਰ ਥੋਪੀ ਗਈ, ਅਗਰ ਜ਼ਬਰਦਸਤੀ ਕੀਤੀ ਗਈ ਤੇ ਜਵਾਬ ਬਹੁਤ ਜ਼ਿਆਦਾ ਜਿਹੜੀ ਐਕਸਪੈਕਟੇਸ਼ਨ ਤੋਂ ਜ਼ਿਆਦਾ ਸਖਤ ਆਏਗਾ ਇਨਸ਼ਾਅੱਲਾ। ਚੀਸ਼ੀ ਸਾਹਿਬ, 2 ਬਾਰਡਰ ਅਗਰ ਮੈਂ ਗੱਲ ਕਰਾਂ, ਇੱਕ ਪਾਸੇ ਤੇ ਮਸ਼ਰਕੀ ਬਾਰਡਰ ਹੈ, ਭਾਰਤ ਨਾਲ ਸਾਡੇ ਤਾਲੁਕਾਤ ਉਂਝ ਵੀ ਠੀਕ ਨਹੀਂ, ਦੂਜੇ ਪਾਸੇ ਅਫਗਾਨਿਸਤਾਨ ਵਾਲਾ ਮਗਰਬੀ ਬਾਰਡਰ ਹੈ, ਉੱਥੇ ਵੀ ਮਾਮਲਾਤ ਜਿਹੜਾ ਹੈ ਉਹ ਖਰਾਬ ਹੋ ਗਏ ਨੇ। ਤੇ ਅਗਰ ਇਸ ਤਰ੍ਹਾਂ ਦੀ ਸੂਰਤ ਹਾਲ ਮੌਜੂਦ ਹੈ ਕਿ ਬਾਰਡਰ ਬੰਦ ਵੀ ਹੈ ਨੇ, ਸਾਡਾ ਕੋਈ ਕਾਰੋਬਾਰ ਵੀ ਨਹੀਂ ਉਹਨਾਂ ਨਾਲ, ਤੇ ਝੜਪਾਂ ਵੀ ਜ਼ਹਿਰੀ ਗੱਲ ਹੈ, ਉਹਨਾਂ ਦੀ ਸੂਰਤ ਹਾਲ ਵੀ ਮੌਜੂਦ ਹੈ, ਤੇ ਨਾਲ 2026 ਦਾ ਵੀ ਜ਼ਿਕਰ ਕਰ ਰਹੇ ਨੇ ਭਾਰਤ ਵਿੱਚ ਬਹਿ ਕੇ ਲੋਕ, ਤੇ ਕਿੰਨਾ ਇੱਕ ਵੱਡਾ ਜਿਹੜਾ ਹੈ ਉਹ ਚੈਲੰਜ ਹੋ ਸਕਦਾ ਹੈ ਪਾਕਿਸਤਾਨ ਵਾਸਤੇ ਅਗਰ ਖੁਦਾ ਨਾ ਖਾਸਤਾ ਕੋਈ ਇਸ ਕਿਸਮ ਦੀ ਸੂਰਤ ਹਾਲ ਪੈਦਾ ਹੁੰਦੀ। ਸ਼ਾਇਦ ਸਾਹਿਬ ਅਸੀਂ ਬਾਰਡਰ ਦੋਨੋਂ ਬੰਦ ਕੀਤੇ ਨੇ, ਔਰ ਦੋਨੋਂ ਮੁਲਕ ਤਕਲੀਫ 'ਚ ਨੇ ਇਸ ਵੇਲੇ। ਅਲਹਮਦੁਲਿਲਾ ਇਹ ਬਾਰਡਰ ਬੰਦ ਕਰਨ ਦਾ ਸਾਨੂੰ ਕੋਈ ਨੁਕਸਾਨ ਨਹੀਂ ਹੋਇਆ। ਇੰਡੀਆ ਵਾਸਤੇ ਅਸੀਂ 에ਅਰ ਸਪੇਸ ਬੰਦ ਕੀਤੀ,
ਹੁਣ ਸਾਰੀ ਦੁਨੀਆ ਦੀ ਬਾਕੀ 에ਅਰਲਾਈਨਸ ਉੱਡਦੀਆਂ ਨੇ ਪਾਕਿਸਤਾਨ ਦੇ ਉੱਤੋਂ, ਲੇਕਿਨ ਇੰਡੀਅਨ ਰਜਿਸਟਰਡ 에ਅਰਲਾਈਨ ਕੋਈ ਪਾਕਿਸਤਾਨ ਤੋਂ ਨਹੀਂ ਗੁਜ਼ਰ ਸਕਦੀ। ਉਹਨਾਂ ਦੀ 에ਅਰਲਾਈਨ ਨੂੰ ਇਤਨਾ ਜ਼ਿਆਦਾ ਨੁਕਸਾਨ ਹੋ ਗਿਆ ਹੈ, ਕੰਪੀਟੀਸ਼ਨ ਕਰਨਾ ਉਹਨਾਂ ਦਾ ਆਲਮੋਸਟ ਇੰਪੋਸੀਬਲ ਹੋ ਗਿਆ ਹੈ। ਉਹਨਾਂ ਦੇ ਮੇਨਟੇਨੈਂਸ ਐਕਸਪੈਂਸਿਸ 에ਅਰ ਸਪੇਸ ਡਾਇਵਰਜਨ ਦੀ ਵਜ੍ਹਾ ਨਾਲ, ਕਿਉਂਕਿ ਉਹਨਾਂ ਨੂੰ ਪਾਕਿਸਤਾਨ ਤੋਂ ਸਾਈਡ ਤੋਂ ਗੁਜ਼ਰਨਾ ਪੈਂਦਾ ਹੈ, ਉਹਨਾਂ ਦੇ ਫਿਊਲ ਚਾਰजेस ਵੱਧ ਗਏ ਨੇ, ਉਹਨਾਂ ਦੀ ਮੇਨਟੇਨੈਂਸ ਚਾਰਜ ਵੱਧ ਗਏ ਨੇ, ਉਹਨਾਂ ਦੇ ਪੈਸੇਂਜਰ ਮਾਯੂਸ ਹੋ ਰਹੇ ਨੇ ਕਿਉਂਕਿ 2 ਘੰਟੇ ਕਮ ਸੇ ਕਮ ਜ਼ਿਆਦਾ ਫਲਾਈਟ ਟਾਈਮ ਵੱਧ ਗਿਆ ਹੈ। ਫਿਰ ਉਹਨਾਂ ਦੇ ਜਹਾਜ਼ਾਂ ਦੀ ਮੇਨਟੇਨੈਂਸ ਜਲਦੀ ਡਿਊ ਹੋ ਗਈ ਹੈ, ਪਾਇਲਟ ਫਟੀਗ ਜ਼ਿਆਦਾ ਆ ਗਈ ਹੈ, ਖਰਚਾ ਜ਼ਿਆਦਾ ਹੋ ਗਿਆ ਉਹਨਾਂ ਦੀ 에ਅਰਲਾਈਨ ਦਾ। ਤੇ ਇੰਡੀਅਨ 에ਅਰਲਾਈਨਸ ਜਿਤਨੀਆਂ ਨੇ ਉਹਨਾਂ ਨੂੰ ਸਭ ਤੋਂ ਵੱਡੀ ਮੁਸ਼ਕਲ ਇਹ ਹੀ ਪੇਸ਼ ਆ ਰਹੀ ਹੈ ਕਿ ਜਿੰਨੀਆਂ ਦੂਸਰੀ ਮਿਡਲ ਈਸਟ ਤੋਂ ਦੂਸਰੀਆਂ 에ਅਰਲਾਈਨਾਂ ਉਹਨਾਂ ਨਾਲ ਕੰਪੀਟ ਕਿਵੇਂ ਕਰੇ, ਔਰ ਕੰਪੀਟ ਉਹ ਕਰ ਨਹੀਂ ਪਾਣਗੇ ਕਿਉਂਕਿ ਪਾਕਿਸਤਾਨ ਦਾ ਇੱਕ ਫੈਸਲਾ ਜਿਹੜਾ ਉਹਨਾਂ ਨੂੰ ਬਹੁਤ ਤਕਲੀਫ ਦੇ ਰਿਹਾ। ਇਹ ਤੇ ਹੈਗਾ ਈਸਟਰਨ ਸਾਈਡ ਤੇ। ਵੈਸਟਰਨ ਸਾਈਡ ਤੇ ਜੋ ਬਾਰਡਰ ਬੰਦ ਕੀਤਾ ਦਾ ਆਲਮੋਸਟ 60 to 70% ਟ੍ਰੇਡ ਕਹਿ ਲਓ ਜਾਂ ਕਮੋਡਿਟੀਜ਼ ਕਹਿ ਲਓ, ਈਵਨ ਫੂਡ ਸਪਲਾਈ ਜਿਹੜੀ ਹੈ ਉਹ ਪਾਕਿਸਤਾਨ ਤੋਂ ਜਾਂਦੀ ਸੀ। ਸਾਨੂੰ ਉਧਰੋਂ ਇੰਨੀ ਘੱਟ ਜਾਂਦੀ ਸੀ ਕਿ ਅੱਜ ਸਾਡੇ ਫਰੂਟਸ ਵਗੈਰਾ ਜਾਂ ਡਰਾਈ ਫਰੂਟਸ ਵਗੈਰਾ ਤੇ ਬਗੈਰ ਗੁਜ਼ਾਰਾ ਹੋ ਸਕਦਾ ਹੈ, ਵੈਸਾ ਕੋਈ ਮਸਲਾ ਨਹੀਂ ਹੈ। ਔਰ ਦੂਸਰੀ ਤਰਫ ਤੁਸੀਂ ਦੇਖੋ ਕਿ ਅਸੀਂ ਜਿਹੜਾ ਬਾਰਡਰ ਬੰਦ ਕੀਤਾ ਉਹਨਾਂ ਨੂੰ ਕਿੰਨੀ ਜ਼ਿਆਦਾ ਤਕਲੀਫ ਹੋ ਰਹੀ ਹੈ, ਉਹਨਾਂ ਨੂੰ ਬਹੁਤ ਜ਼ਿਆਦਾ, ਕਿਉਂਕਿ ਦੀ ਡਿਪੈਂਡੈਂਸੀ ਜ਼ਿਆਦਾ ਹੈ। ਲੈਂਡਲੌਕਡ ਮੁਲਕ ਜਿਹੜੇ ਹੁੰਦੇ ਨੇ ਉਹਨਾਂ ਨੂੰ ਜਿਹੜੇ ਵੀ ਨੇਬਰਿੰਗ ਕੰਟਰੀ ਹੁੰਦੇ ਨੇ, ਔਰ ਖਾਸ ਤੌਰ 'ਤੇ ਅਗਰ ਸਮੁੰਦਰ ਦਾ ਐਕਸੈਸ ਉਹਨਾਂ ਦੇ ਕੋਲ ਹੋਵੇ ਤੇ ਉਹਨਾਂ ਨੂੰ ਉਹਨਾਂ ਨਾਲ ਬਣਾ ਕੇ ਰੱਖਣੀ ਹੁੰਦੀ ਹੈ, ਕਿਉਂਕਿ ਉਹਨਾਂ ਦੇ ਲੋਕਾਂ ਦਾ ਸਰਵਾਈਵਲ ਉਹਦੇ ਡਿਪੈਂਡੈਂਟ ਹੁੰਦਾ ਹੈ। ਔਰ ਅਗਰ ਉਹ ਇਸ ਤਰ੍ਹਾਂ ਕੌਨਫਲਿਕਟ ਕਰਨਗੇ ਔਰ ਇੰਟਰਨੈਸ਼ਨਲ ਰੂਲ ਦੀ ਖਿਲਾਫਵਰਜ਼ੀ ਕਰਨਗੇ, ਪਾਕਿਸਤਾਨ ਨੂੰ ਜ਼ਾਹਿਰ ਇਨਫਿਲਟ੍ਰੇਟ ਕਰਨਗੇ, ਦਹਿਸ਼ਤਗਰਦੀ ਕਰਨ ਤੇ ਮਦਦ ਕਰਨਗੇ, ਤੇ ਜ਼ਾਹਿਰ ਹੈ ਜੋ ਪਾਕਿਸਤਾਨ ਦੇ ਹੱਥ 'ਚ ਜਾਂ ਵੱਸ 'ਚ ਹੈਗਾ ਉਹ ਅਸੀਂ ਕਰਾਂਗੇ। ਔਰ ਜ਼ਾਹਿਰ ਹੈ ਉਹਨਾਂ ਨੂੰ ਦੋਨਾਂ ਨੂੰ ਸਾਈਡਾਂ 'ਤੇ, ਈਸਟਰਨ ਸਾਈਡ ਵੀ ਔਰ ਵੈਸਟਰਨ ਸਾਈਡ ਵੀ, ਦੋਨਾਂ ਨੂੰ ਕਾਫੀ ਤਕਲੀਫ ਹੋ ਰਹੀ ਹੈ। ਖਾਲਿਦ ਚਿਸ਼ਤੀ ਸਾਹਿਬ, ਇੱਕ ਛੋਟਾ ਜਿਹਾ ਬ੍ਰੇਕ ਲਵਾਂਗਾ, ਬ੍ਰੇਕ ਦੇ ਬਾਅਦ ਵਾਪਸ ਆਵਾਂਗੇ ਤੇ ਕੁਝ ਮਜ਼ੀਦ ਗੱਲ ਕਰਾਂਗੇ। ਵੈਲਕਮ ਬੈਕ ਨਾਜ਼ਰੀਨ, ਸਾਡੇ ਨਾਲ ਮੌਜੂਦ ਨੇ 에ਅਰ ਕਮੋਡੋਰ ਰਿਟਾਇਰਡ ਖਾਲਿਦ ਚਿਸ਼ਤੀ ਸਾਹਿਬ। ਜੀ ਸਾਹਿਬ, 2 ਬਾਰਡਰਾਂ ਦਾ ਮੈਂ ਜ਼ਿਕਰ ਕੀਤਾ, ਇੱਕ ਤੀਜਾ ਬਾਰਡਰ ਵੀ ਹੈ ਸਾਡਾ। ਬ੍ਰਦਰ ਇਸਲਾਮੀ ਮੁਲਕ ਹੈ ਈਰਾਨ, ਸਾਡੇ ਨਾਲ ਬਾਰਡਰ ਜੁੜਦਾ ਉਹਨਾਂ ਦਾ, ਔਰ ਸਾਡੇ ਉਹਨਾਂ ਨਾਲ ਬੜੇ ਜ਼ਬਰਦਸਤ ਬਰਾਦਰਾਨਾ ਤਾਲੁਕਾਤ ਵੀ ਹੈ ਨੇ। ਉੱਥੇ ਪਿਛਲੇ ਦਿਨਾਂ ਦੇ ਵਿੱਚ ਇੱਕ ਹਮਲਾ ਵੀ ਹੋਇਆ ਤੇ ਹੁਣ ਵੀ ਅਮਰੀਕਾ ਜਿਹੜਾ ਹੈ ਉਹ ਬਾਕਾਇਦਾ ਤੌਰ 'ਤੇ ਕਹਿ ਰਿਹਾ ਕਿ ਜੀ ਅਗਰ ਮਾਮਲਾਤ, ਕਿਉਂਕਿ ਉੱਥੇ ਮੁਜ਼ਾਹਰੇ ਹੋ ਰਹੇ ਨੇ, ਕੋਈ 78 ਦੇ ਕਰੀਬ ਕਹਿ ਰਹੇ ਨੇ ਸ਼ਹਿਰਾਂ 'ਚ ਮੁਜ਼ਾਹਰੇ ਹੋਣੇ, ਔਰ ਇਹ ਜਿਹੜਾ ਵਾਇਲੈਂਟ ਹੋ ਗਏ ਨੇ ਮੁਜ਼ਾਹਰੇ, ਉੱਥੇ ਲੋਕ ਮਰ ਵੀ ਰਹੇ ਨੇ ਕਿਹਾ ਜਾ ਰਿਹਾ ਖਬਰਾਂ ਦੇ ਵਿੱਚ। ਤੇ ਈਰਾਨ ਦੀ ਜਿਹੜੀ ਸੂਰਤ ਹਾਲ ਹੈ ਉਹਦੇ ਹਵਾਲੇ ਨਾਲ ਅਗਰ ਮੈਂ ਗੱਲ ਕਰਾਂ ਤੇ ਇਹ ਸਾਡਾ ਤੀਜਾ ਬਾਰਡਰ ਹੈ। ਅਗਰ ਖੁਦਾ ਨਾ ਖਾਸਤਾ ਇੱਥੇ ਵੀ ਕੋਈ ਸੂਰਤ ਹਾਲ ਖਰਾਬ ਹੋਈ ਤੇ ਫਿਰ ਪਾਕਿਸਤਾਨ ਦੇ ਵਿੱਚ ਕਿੰਨਾ ਇੱਕ ਅਸਰ ਪੈ ਸਕਦਾ ਪਾਕਿਸਤਾਨ ਤੇ? ਦੇਖੋ, ਸਾਡੇ ਤੇ ਬਹੁਤ ਜ਼ਿਆਦਾ ਖਤਰਨਾਕ ਜਾਂ ਨੈਗੇਟਿਵ ਅਸਰ ਬਣੇਗਾ, ਕਿਉਂਕਿ 2 ਬਾਰਡਰ ਸਾਡੇ ਪਹਿਲੇ ਹੀ ਕੰਫਰਟੇਬਲ ਨਹੀਂ ਹੈਗੇ, ਇੰਡੀਆ ਦਾ ਵੀ ਔਰ ਅਫਗਾਨਿਸਤਾਨ ਦਾ ਵੀ। ਈਰਾਨ ਸਾਈਡ ਤੇ ਖਾਸ ਤੌਰ ਪਰ ਕਿਉਂਕਿ ਇੰਟਰਨੈਸ਼ਨਲ ਜਿਹੜੇ ਪਲੇਅਰ ਨੇ ਉਹ ਇੱਥੇ ਜ਼ਿਆਦਾ ਐਕਟਿਵ ਨੇ ਐਜ਼ ਕੰਪੇਅਰ ਟੂ ਇੰਡੀਆ ਜਾਂ ਅਫਗਾਨਿਸਤਾਨ। ਇੱਥੇ ਅਮਰੀਕਾ ਦੀ ਇੰਟਰਸਟ ਹੈ, ਇੱਥੇ ਇਜ਼ਰਾਈਲ ਦੀ ਇੰਟਰਸਟ ਹੈ, ਇੱਥੇ ਬਹੁਤ ਸਾਰੇ ਮੁਲਕਾਂ ਦੀ ਇੰਟਰਸਟ ਹੈ। ਲੇਕਿਨ ਜੋ ਹੀ ਅਗਰ ਕਿਸੇ ਵਜ੍ਹਾ ਨਾਲ ਖੁਦਾ ਨਾ ਖਾਸਤਾ ਈਰਾਨ ਇਨਸਟੇਬਲ ਹੁੰਦਾ ਹੈ ਤੇ ਉਹਦੀ ਸਾਨੂੰ ਕੀਮਤ ਡੈਫੀਨਿਟਲੀ ਇਨਡਾਇਰੈਕਟਲੀ ਦੇਣੀ ਪੈਂਦੀ ਹੈ, ਕਿਉਂਕਿ ਸਾਨੂੰ ਇਨਸਿਕਿਉਰਿਟੀ ਹੋਏਗੀ, ਸਾਨੂੰ ਆਪਣੇ ਬਾਰਡਰ ਸਿਕਿਉਰ ਕਰਨਾ ਚੈਲੰਜਿੰਗ ਹੋ ਜਾਏਗਾ, ਇੱਕ ਗੱਲ। दूसरी गल जो इंटरनली कह रहे हो, जाहिर है बहुत ज्यादा एक बिगर गेम प्लान है यूरोप का, खास तौर पर अमेरिका का, इजराइल का, कि ईरान के अंदर जी हुकूमत है ठीक आयतुल्ला साहब की और जी रिलीजियस आइडियोलॉजी की हुकूमत है उन्होंने किसी तरह तब्दील किया जाए, क्योंकि वो किसी तरह भी कॉम्प्रोमाइज़ करने को अपनी नैशनल इंटरस्ट के हिसाब नाल या अपने फलसफे के हिसाब नाल तैयार नहीं ने। पहले उन्होंने देख लिया जून के अंदर हमला करके, उन्होंने पहले क्लेम किया कि असी जनाब तबाही कर दी, असी सारे न्यूक्लियर प्लांट तबाह कर दिते, हुण इन्होंने पता नहीं कितने दिहाइयां पीछे धकेल दिया, हुण 6 महीने बाद ही वो कहते हैं नहीं सानू दोबारा हमला करना पएगा। इसका मतलब है कि या तो तुसीं ये मन्नो कि साडे जून वाले हमले इतने कारगर नहीं सन या इतने इफेक्टिव नहीं सन होए तां दोबारा करने पै रहे ने, या तुसीं कहो कि असी बहाना कर रहे हैं दोबारा अटैक करने दा क्योंकि असी रजीम नू कमज़ोर करना है, लोकां नू खड़े करना है उन्हां दी हुकूमत दे खिलाफ। क्योंकि जदों भी किसी मुल्क ते इस तरह बंबारी हुंदी है, अटैक हुंदा है, एक्सेलरेशन हुंदी है इंटेंशन दी, ਤੇ ਲੋਕ ਸਫਰ ਕਰਦੇ ਨੇ, ਡੇਲੀ ਵੇਜਸ, ਰੋਜ਼ਗਾਰ, ਇਕਨੋਮੀ ਸਭ ਤੇ ਬ੍ਰੇਕ ਲੱਗ ਜਾਂਦੀ ਹੈ। ਜਦੋਂ ਬ੍ਰੇਕ ਲੱਗੇਗੀ ਜਾਂ ਆਹਿਸਤਾ ਹੋਏਗੀ ਤੇ ਲੋਕ ਫਿਰ ਹੁਕੂਮਤ ਨੂੰ ਆਪਣੇ ਬੁਰਾ ਭਲਾ ਕਹਿਣਗੇ ਜਾਂ ਬਲੇਮ ਕਰਨਗੇ। ਬਹੁਤ ਜ਼ਿਆਦਾ ਨੈਸ਼ਨਲਿਸਟ ਲੋਕ ਨੇ ਈਰਾਨੀ, ਜਿਹੜਾ ਮੈਂ ਉਹਨਾਂ ਨੂੰ ਜਾਣਨਾ, ਮੈਂ ਖੁਦ ਇੰਸਟ੍ਰਕਟਰ ਰਿਹਾ ਵਾਂ ਇਨ ਕੈਡੇਟਸ ਦਾ, ਜਿਹੜੇ ਈਰਾਨੀ ਕੈਡੇਟਸ ਹੁੰਦੇ ਬੜੇ ਮੋਟੀਵੇਟਿਡ ਕੌਮ ਹੈਗੀ ਹੈ, ਇਹਦੇ 'ਚ ਕੋਈ ਸ਼ੱਕ ਨਹੀਂ। ਲੇਕਿਨ ਜਦੋਂ ਭੁੱਖ ਲੱਗ ਜਾਏ ਔਰ ਪੇਟ ਹੋਏ ਔਰ ਬੱਚਿਆਂ ਨੂੰ ਦੁੱਧ ਨਾ ਮਿਲ ਰਿਹਾ ਹੋਏ, ਫਿਰ ਨੈਸ਼ਨਲਿਜ਼ਮ ਪਿੱਛੇ ਚਲਾ ਜਾਂਦਾ ਔਰ ਸਰਵਾਈਵਲ ਪਹਿਲੇ ਆ ਜਾਂਦਾ। ਇਸ ਵੇਲੇ ਮੇਰਾ ਖਿਆਲ ਹੈ ਵੈਸਟ ਦੀ ਔਰ ਖਾਸ ਤੌਰ 'ਤੇ ਅਮਰੀਕਾ ਦੀ ਇਹੋ ਹੀ ਕੋਸ਼ਿਸ਼ ਹੈਗੀ ਹੈ ਕਿ ਲੋਕਾਂ ਨੂੰ ਇੰਨੀ ਜ਼ਿਆਦਾ ਹੈਲਪਲੈਸਨੈਸ ਵਾਲੇ ਪਾਸੇ ਧਕੇਲਿਆ ਜਾਵੇ ਕਿ ਉਹ ਬਲੇਮ ਆਪਣੀ ਹੁਕੂਮਤ ਨੂੰ ਕਰਨ ਕਿ ਸਾਰਾ ਕਰਾਇਆ ਜਿਹੜਾ ਹੈ, ਜਾਂ ਪਾਲਿਸੀਜ਼ ਜਿਹੜੀਆਂ ਨੇ, ਜਾਂ ਇੰਗੇਜਮੈਂਟ ਟੈਨਸ਼ਨ ਦੀ ਜਿਹੜੀ ਹੈ, ਉਹ ਸਾਡੀ ਹੁਕੂਮਤ ਦੀ ਵਜ੍ਹਾ ਨਾਲ ਇਹਨੂੰ ਬਦਲਿਆ ਸ਼ਾਇਦ ਬਿਹਤਰੀ ਆ ਜਾਏ। ਤੁਸੀਂ ਇੱਕ ਐਂਗਲ ਮੈਂ ਭੁੱਲਣਾ ਚਾਹਾਂ, ਦੇਖੋ ਜਿੰਨਾ ਜ਼ਿਆਦਾ ਅੱਜ ਕੱਲ੍ਹ ਨੈਰੇਟਿਵ ਦੀ ਗੇਮ ਹੈ ਉਤਨੀ ਸ਼ਾਇਦ ਪਿਛਲੇ ਕਈ ਸਦੀਆਂ ਹੈ ਹੀ ਨਹੀਂ ਸੀ। ਹੁਣ ਇਹ ਪਰਸੈਪਸ਼ਨ ਦੀ ਗੇਮ ਹੈ। ਕੱਲ ਦੀ ਦੇਖੋ ਸਾਰਾ ਵੈਸਟ ਮੀਡੀਆ ਕਹਿ ਰਿਹਾ ਕਿ ਆਇਤੁੱਲਾ ਸਾਹਿਬ ਨੇ
ਐਸਕੇਪ ਕਰਨ ਦਾ ਪਲਾਨ ਬਣਾ ਲਿਆ, ਜਹਾਜ਼ ਵੀ ਤਿਆਰ ਕਰ ਲਏ ਨੇ, ਪਲਾਨ ਬੀ ਵੀ ਕਰ ਲਿਆ, ਉਹ ਸ਼ਾਇਦ ਰੂਸ ਚਲੇ ਜਾਣਗੇ। ਇਹ ਸਾਰੀ ਦੀ ਸਾਰੀ ਸਕੀਮ ਹੁੰਦੀ ਹੈ ਵਿਲ ਟੂ ਫਾਈਟ ਖਤਮ ਕਰਨ ਦੀ ਇੱਕ ਕੌਮ ਦੀ। ਯਾਨੀ ਉਹਨੂੰ ਦੱਸਿਆ ਜਾਵੇ ਕਿ ਤੁਹਾਡਾ ਤੇ ਲੀਡਰ ਨੱਸਣ ਵਾਲਾ ਕਿਸੇ ਵੇਲੇ ਵੀ, ਯਾਨੀ ਉਹਦੀ ਡਿਟਰਮੀਨੇਸ਼ਨ ਨੂੰ ਜਾਂ ਹੌਸਲੇ ਨੂੰ ਖਤਮ ਕੀਤਾ ਜਾਏ ਜਾਂ ਘੱਟ ਕੀਤਾ ਜਾਵੇ, ਤੇ ਉਹ ਸਾਰਾ ਕੁਝ ਹੈ। ਲੇਕਿਨ ਹੈਵਿੰਗ ਸੈਡ ਦੈਟ, ਜਿਹੜਾ ਤੁਸੀਂ ਸ਼ੁਰੂ 'ਚ ਗੱਲ ਕੀਤੀ ਹੈ ਕਿ ਪਾਕਿਸਤਾਨ ਨੂੰ ਬੜਾ ਅਸਰ ਹੋਏਗਾ, ਸਾਡੇ ਵਾਸਤੇ ਬਿਲਕੁਲ ਕੰਫਰਟੇਬਲ ਨਹੀਂ ਹੈ। ਸਾਨੂੰ ਤੇ ਚਾਹੀਦਾ ਕਿ ਮੈਕਸਿਮਮ ਬਾਰਡਰ ਜਿੰਨੇ ਇੰਡੀਆ ਤੋਂ ਇਲਾਵਾ, ਇੰਡੀਆ ਨੇ ਤਾਂ ਸਾਡੀ ਮਰਜ਼ੀ ਨਾਲ ਕਰਨਾ ਨਹੀਂ ਹੈ, ਸਾਨੂੰ ਤੇ ਅਫਗਾਨਿਸਤਾਨ ਵੀ ਚਾਹੀਦਾ ਕਿ ਪੀਸ ਹੋਵੇ, ਸਾਡੀ ਖੁਆਇਸ਼ ਹੋਵੇ। ਔਰ ਈਰਾਨ ਤੇ ਡੈਫੀਨਿਟਲੀ ਅਸੀਂ ਚਾਹਾਂਗੇ, ਬ੍ਰਦਰ ਮੁਲਕ ਹੈ, ਔਰ ਸਭ ਤੋਂ ਪਹਿਲਾਂ ਈਰਾਨ ਨੇ ਸਾਨੂੰ ਤਸਲੀਮ ਕੀਤਾ ਸੀ ਜਦੋਂ ਪਾਕਿਸਤਾਨ ਨੇ ਆਜ਼ਾਦੀ ਹਾਸਲ ਕੀਤੀ ਸੀ, ਬੇਰੀਨਾ ਤਾਲੁਕਾਤ ਨੇ। ਲੇਕਿਨ ਅਨਫੋਰਚੂਨੇਟਲੀ, ਜੈਸੇ ਮੈਂ ਕਿਹਾ, ਕਿਉਂਕਿ ਇੰਟਰਨੈਸ਼ਨਲ ਇੰਟਰਸਟ ਇੰਨੀਆਂ ਜ਼ਿਆਦਾ ਨੇ ਉੱਥੇ, ਇੱਥੇ ਅਸੀਂ ਇਸ ਵਾਸਤੇ ਇੰਸਟੇਬਿਲਿਟੀ ਦੇਖ ਰਹੇ ਹਾਂ। ਤੁਸੀਂ ਆਪੋ ਜ਼ਿਕਰ ਕਰ ਦਿੱਤਾ ਜੀ ਸਾਹਿਬ, ਅਗਰ ਕੋਈ ਈਰਾਨ ਵਿੱਚ ਸੂਰਤ ਹਾਲ ਪੈਦਾ ਹੋਦੀ ਹੈ, ਇੱਕ ਪਾਸੇ ਈਰਾਨ ਸਾਡਾ ਜਿਹੜਾ ਹੈ ਉਹ ਬ੍ਰਦਰ ਮੁਲਕ ਹੈ, ਦੂਜੇ ਪਾਸੇ ਸਦਰ ਟਰੰਪ ਨਾਲ ਪਾਕਿਸਤਾਨ ਦੇ ਬੜੇ ਅੱਛੇ ਤਾਲੁਕਾਤ ਨੇ। ਸਦਰ ਟਰੰਪ ਹਰ ਤਕਰੀਰ ਵਿੱਚ ਵੀ ਜ਼ਿਕਰ ਕਰ ਰਹੇ ਨੇ ਪਾਕਿਸਤਾਨ ਦੇ ਤਾਲੁਕਾਤ ਦਾ, ਪਾਕਿਸਤਾਨ ਦੀ ਜਿਹੜੀ ਅਸਕਰੀ ਤੇ ਸਿਆਸੀ ਕਿਆਦਤ ਹੈ ਉਹਨਾਂ ਦੇ ਹਵਾਲੇ ਨਾਲ। ਤੇ ਅਗਰ ਖੁਦਾ ਨਾ ਖਾਸਤਾ ਕੋਈ ਐਸੀ ਸੂਰਤ ਹਾਲ ਈਰਾਨ ਦੇ ਹਵਾਲੇ ਨਾਲ ਪੈਦਾ ਹੋती है तो पाकिस्तान का फिर की किरदार होएगा? क्या पाकिस्तान कोई किरदार अदा कर सकेगा इस मामले ਦੇ ਵਿੱਚ? ਜੀ ਇਹ ਬੜੀ ਖੁਸ਼ਕਿਸਮਤੀ ਹੈ ਕਿ ਸਾਡੇ ਨਾਲ ਅਮਰੀਕਾ ਦੇ ਅੱਜਕੱਲ ਤਾਲੁਕਾਤ ਅੱਛੇ ਨੇ, ਔਰ ਅਸੀਂ ਗੁੱਡ ਬੁੱਕਸ 'ਚ ਗਏ ਹਾਂ ਬਹੁਤ ਅਲਹਮਦੁਲਿਲਾ। ਔਰ ਉਹਦੇ 'ਚ ਵੀ ਜ਼ਾਹਿਰ ਹੈ ਸਾਡੀ ਕੌਮ ਦਾ ਸਭ ਤੋਂ ਜ਼ਿਆਦਾ ਕਿਰਦਾਰ ਹੈ ਮੁਸੱਲਹ ਅਫਵਾਜ ਦਾ, ਪਾਕ ਫਿਜ਼ਾਈਆ ਦਾ ਜੋ ਪਰਫਾਰਮੈਂਸ ਹੋਈ, ਤੇ ਅਮਰੀਕਾ ਵੀ ਮਜਬੂਰ ਹੋ ਗਿਆ ਸਾਡੀ ਤਾਰੀਫ ਕਰਨ ਵਾਸਤੇ। ਪਹਿਲੀ ਗੱਲ ਤੇ ਆਵੇ ਉਸ ਪੋਜੀਸ਼ਨ ਦਾ ਬਿਲਕੁਲ ਸਾਨੂੰ ਫਾਇਦਾ ਉਠਾਉਣਾ ਚਾਹੀਦਾ, ਲੇਕਿਨ ਮਸਲਾ ਜਿੱਥੇ ਆਏਗਾ ਉਹ ਜਿਹਨੂੰ ਦੋਨਾਂ ਇੰਟਰਸਟ ਨੂੰ ਕਨਵਰਜ ਕਿਸ ਤਰ੍ਹਾਂ ਕੀਤਾ ਜਾਏ। ਦੋ ਮੁਲਕ ਅਗਰ ਬਰਾਬਰ ਦੇ ਹੋਣ ਨਾ, ਜਿਸ ਤਰ੍ਹਾਂ ਈਰਾਨ ਹੈ ਤੇ ਕੋਈ ਹੋਰ ਇਰਾਕ ਹੁੰਦਾ ਜਾਂ ਕੋਈ ਹੋਰ ਮੁਲਕ ਹੁੰਦਾ, ਤੁਸੀਂ ਬੈਠ ਕੇ ਨੈਗੋਸ਼ੀਏਟ ਕਰਵਾਉਂਦੇ ਹੋ ਕਿ ਜਨਾਬ ਤੁਸੀਂ ਇੱਥੇ ਕੰਪਰੋਮਾਈਜ਼ ਕਰ ਲਓ, ਤੁਸੀਂ ਉੱਥੇ ਕੰਪਰੋਮਾਈਜ਼ ਕਰ ਲਓ। ਇੱਥੇ ਅਮਰੀਕਾ ਹੈਗਾ ਜਿਹਨੂੰ ਇਹ ਜ਼ੋਬ ਔਰ ਮਾਣ ਹੈਗਾ ਕਿ ਉਹ ਤੇ ਵੈਨੇਜ਼ੁਏਲਾ ਦਾ ਸਦਰ ਚੁੱਕ ਕੇ ਲਿਆ ਸਕਦਾ ਰਾਤ ਨੂੰ 2 ਵਜੇ, ਤੇ ਯਾਨੀ ਉਹਨੂੰ ਇਹ ਇੱਕ ਸੈਲਫ ਅਸ਼ੋਰਡ ਕਿਸਮ ਦੀ ਸਕਸੈਸ ਨਜ਼ਰ ਆ ਰਹੀ ਹੈ ਕਿ ਮੈਂ ਜੋ ਆਪਰੇਸ਼ਨ ਕਰਾਂਗਾ ਮੈਂ ਤੇ ਕਾਮਯਾਬ ਹੋਣਾ ਹੈ। ਜਦੋਂ ਇੰਨੀ ਜ਼ਿਆਦਾ ਹੋ ਜਾਏ ਤੇ ਫਿਰ ਉਹ ਮੁਲਕ ਜਾਂ ਉਹ ਫੋਰਸ ਜਾਂ ਉਸ ਤਰ੍ਹਾਂ ਦਾ ਲੀਡਰ ਜਿਹੜਾ ਹੈ ਉਹ ਉਸ ਤਰ੍ਹਾਂ ਨੈਗੋਸ਼ੀਏਟ ਨਹੀਂ ਕਰਦਾ, ਕਿਉਂਕਿ ਉਹਨੂੰ ਪੇਨ ਦਾ ਨਹੀਂ ਅੰਦਾਜ਼ਾ ਹੁੰਦਾ ਕਿ ਮੈਂ ਵੀ ਕੋਈ ਸਫ਼ਰ ਕਰਨੀ ਹੈ। ਹਮੇਸ਼ਾ ਜਦੋਂ ਵੀ ਨੈਗੋਸ਼ੀਏਸ਼ਨ ਕਾਮਯਾਬ ਹੁੰਦੀ ਹੈ, ਅਗਰ ਦੋਨੋਂ ਤਰਫ ਤਕਲੀਫ ਦਾ ਇੱਕ ਅੰਦਾਜ਼ਾ ਹੋਏ ਨਾ ਕਿ ਅਗਰ ਮੈਂ ਜੰਗ ਕਰਾਂਗਾ ਇਸ ਮੁਲਕ ਨਾਲ, ਇਹ ਮੁਲਕ ਮੇਰੇ ਨਾਲ ਕਰੇਗਾ ਤੇ ਮੇਰਾ ਨੁਕਸਾਨ ਇਹ ਹੋਏਗਾ, ਇਹਦਾ ਨੁਕਸਾਨ ਹੋਏਗਾ, ਯਾਨੀ ਦੋਨਾਂ ਨੂੰ ਇੱਕ ਤਕਲੀਫ ਦਾ ਅੰਦਾਜ਼ਾ ਹੁੰਦਾ, ਫਿਰ ਉਹ ਨੈਗੋਸ਼ੀਏਟ ਕਰ ਲੈਂਦੇ ਨੇ, ਫਿਰ ਉਹ ਸੈਟਲਮੈਂਟ ਤਰਫ ਆ ਜਾਂਦੇ ਨੇ, ਐਗਰੀਮੈਂਟ ਦੀ ਤਰਫ ਚਲੇ ਜਾਂਦੇ ਨੇ। ਲੇਕਿਨ ਇੱਕ ਤਰਫ ਅਗਰ ਅਮਰੀਕਾ ਹੋਏ ਜਿਹਨੂੰ ਪਤਾ ਮੇਰਾ ਕੋਈ ਵਿਗਾੜ ਨਹੀਂ ਸਕਦਾ, ਮੈਂ ਤੇ 10,000 ਮੀਲ ਦੂਰ ਬੈਠਾ ਵਾਂ, ਮੇਰੇ ਤੱਕ ਨਾ ਕੋਈ ਹਮਲਾਵਰ ਹੋ ਸਕਦਾ, ਮੈਂ ਹੀ ਜਾਣਾ ਜਦੋਂ ਹਮਲਾ ਕਰਨਾ ਹੈ, ਮੈਂ ਹੀ ਜਾਣਾ ਜਦੋਂ ਪਨਿਸ਼ਮੈਂਟ ਜਾਂ ਪੇਨ ਕ੍ਰੀਏਟ ਕਰਨੀ ਹੈ ਦੂਸਰੇ ਮੁਲਕ 'ਚ, ਔਰ ਮੈਂ ਹੀ ਜੇ ਦੂਸਰੇ ਮੁਲਕ ਦਾ ਸਦਰ ਜਾਂ ਵਜ਼ੀਰ ਆਜ਼ਮ ਚੁੱਕ ਕੇ ਲੈ ਆਉਣਾ, ਤੇ ਫਿਰ ਇੱਕ ਹੋਲ ਟੂਗੇਦਰ ਡਿਫਰੈਂਟ ਨੈਗੋਸ਼ੀਏਸ਼ਨ ਹੁੰਦੀ ਹੈ। ਪਾਕਿਸਤਾਨ ਕਰ ਜ਼ਰੂਰ ਸਕਦਾ ਹੈ, ਪ੍ਰੋਵਾਈਡਡ ਕਨਵਰਜ ਕਰਨ ਇਹਨਾਂ ਦੀਆਂ ਨੈਸ਼ਨਲ ਇੰਟਰਸਟ, ਔਰ ਪਾਕਿਸਤਾਨ ਅਗਰ ਕਾਮਯਾਬੀ ਨਾ ਕਰ ਰਹੇ ਤਾਂ ਜ਼ਾਹਿਰ ਹੈ ਬਹੁਤ ਵੱਡੀ ਸਾਡੀ ਕੰਟਰੀਬਿਊਸ਼ਨ ਹੋਏਗੀ, ਨਾ ਸਿਰਫ ਦੋਨਾਂ ਮੁਲਕਾਂ ਵਾਸਤੇ ਬਲਕਿ ਇਸ ਪੂਰੇ ਖਿੱਤੇ ਦੇ ਅਮਨ ਵਾਸਤੇ ਵੀ। ਅੱਛਾ, ਇੱਕ ਹੋਰ ਗੱਲ ਵੀ ਦੱਸੋ ਸਰ ਕਿ ਜ਼ਾਹਿਰ ਹੈ ਅਮਰੀਕਾ ਹੁਣ ਵਾਜ਼ਿਹ ਤੌਰ ਤੇ ਕਹਿ ਰਿਹਾ ਕਿ ਇੱਕ ਤੇ ਉਹ ਈਰਾਨ ਵਿੱਚ ਆ ਸਕਦਾ, ਦੂਜਾ ਉਹ ਪਹਿਲੇ ਵੀ ਕਹਿ ਚੁੱਕੇ ਨੇ ਕਿ ਅਸੀਂ ਅਫਗਾਨਿਸਤਾਨ ਵੀ ਆਵਾਂਗੇ, ਅੱਡੇ ਦੇ ਹਵਾਲੇ ਨਾਲ ਕਹਿ ਰਹੇ ਨੇ ਉਹ ਲਵਾਂਗੇ। ਟਰੰਪ ਜਿਹੜਾ ਉਹ ਆਪਣੀ ਜਿੰਨੀ ਵੀ ਪੋਲੀਟੀਕਲ ਕੰਪੇਨ ਸੀ ਉਹਦੇ ਵਿੱਚ ਵਾਜ਼ਿਹ ਤੌਰ ਤੇ ਕਹਿ ਚੁੱਕੇ ਨੇ ਕਿ ਜੀ ਮੈਂ ਤੇ ਜੰਗਾਂ ਰੁਕਵਾਉਣ ਆਇਆ, ਔਰ ਆਪਣੇ ਤਕਰੀਰਾਂ 'ਚ ਵੀ ਕਹਿੰਦੇ ਰਹੇ ਨੇ ਕਿ ਜੀ ਮੈਂ ਤੇ ਐਟੋਮਿਕ ਮਮਾਲਿਕ ਦੇ ਦਰਮਿਆਨ ਜਿਹੜਾ ਉਹ ਜੰਗਾਂ ਰੁਕਵਾਈਆਂ। ਤੇ ਇੱਕ ਪਾਸੇ ਉਹ ਇਹ ਦਾਅਵਾ ਕਰਦੇ ਨੇ ਕਿ ਮੈਂ ਤੇ ਆਈ ਜੰਗਾਂ ਰੁਕਵਾਉਣਾ, ਦੂਜੇ ਪਾਸੇ ਉਹ ਈਰਾਨ, ਅਫਗਾਨਿਸਤਾਨ ਇਹੋ ਜਿਹੇ ਮੁਲਕਾਂ 'ਚ ਆਉਣ ਦੀ ਗੱਲ ਵੀ ਕਰ ਰਹੇ ਨੇ। ਤੇ ਤੁਹਾਨੂੰ ਕੀ ਨਜ਼ਰ ਆਉਂਦਾ, ਇਹ ਕੋਈ ਪਾਲਿਸੀ ਸ਼ਿਫਟ ਹੈ? ਇਹਦੀ ਵਜ੍ਹਾ ਕੀ ਹੈ? ਐਸਾ ਵੀ ਪਾਲਿਸੀ ਸ਼ਿਫਟ ਨਹੀਂ ਹੈ, ਉਹ ਸਿਲੈਕਟਿਵ ਜਜਮੈਂਟ ਹੁੰਦੀ ਹੈ ਉਹਨਾਂ ਦੀ। ਕਿਹਨੂੰ ਉਹ ਜੰਗ ਬੰਦ ਕਰਾਉਣਾ ਕਹਿੰਦੇ ਨੇ, ਕਿਹਨੂੰ ਸ਼ੁਰੂ ਕਰਾਉਣਾ ਚਾਹੁੰਦੇ ਨੇ, ਉਹਨਾਂ ਦੀ ਡਿਕਸ਼ਨਰੀ ਆਪਣੀ ਹੈ। ਹੁਣ ਅਗਰ ਵੈਨੇਜ਼ੁਏਲਾ ਤੁਸੀਂ ਜਾ ਕੇ ਹਮਲਾ ਕਰਦੇ ਹੋ, ਉੱਥੇ ਲੌਲੈਸਨੈਸ ਸ਼ੁਰੂ ਹੋ ਜਾਏ, ਖਾਨਾ ਜੰਗੀ ਸ਼ੁਰੂ ਹੋ ਜਾਏ, ਉਹਨੂੰ ਜੰਗ ਨਹੀਂ ਕਹਿੰਦੇ। ਪਾਕਿਸਤਾਨ ਦੀ ਔਰ ਹਿੰਦੁਸਤਾਨ ਦੀ ਜੰਗ ਬੰਦ ਕਰਾਤੀ ਉਹਨਾਂ ਨੇ, ਲੇਕਿਨ ਕੌਜ਼ ਕੀ ਸੀ ਜੰਗ ਦੀ? ਕੌਜ਼ ਤੇ ਸਾਡੀ 78 ਸਾਲਾਂ ਦੀ ਕਸ਼ਮੀਰ ਹੈਗੀ ਹੈ। ਉਹਨਾਂ ਨੇ ਇੱਕ ਦਫਾ ਵੀ ਗੱਲ ਕੀਤੀ ਹੈ, 60 ਦਫਾ ਤੇ ਉਹਨਾਂ ਨੇ ਇਜਾਜ਼ਤ ਦੀ ਗੱਲ ਕੀਤੀ ਹੈ, ਉਹਨਾਂ ਨੂੰ ਇੱਕ ਦਫਾ ਕਸ਼ਮੀਰ ਦੀ ਵੀ ਗੱਲ ਕਰਨੀ ਚਾਹੀਦੀ ਹੈ ਕਿ ਮੈਂ ਕੌਜ਼ ਵੀ ਖਤਮ ਕਰਾਵਾਂਗਾ। ਯਾਨੀ ਜੰਗ ਤਾਂ ਰੁਕਦੀ ਏ, ਤੁਸੀਂ ਵਜੂਹਾਤ ਨੂੰ ਵੀ ਤਾਂ ਖਤਮ ਕਰੋ ਨਾ। ਵਨ ਟਾਈਮ ਸੀਜ਼ ਫਾਇਰ ਕਰਾਉਣਾ ਬੜੀ ਗੱਲ ਹੈ ਜਨਾਬ, ਬਹੁਤ ਮਿਹਰਬਾਨੀ, ਤੁਸੀਂ ਕਰਾ ਦਿੱਤਾ ਔਰ ਫੈਸਿਲਿਟੇਟ ਕਰਾ ਦਿੱਤਾ। ਦੂਸਰੀ ਗੱਲ ਇਹ ਕਿ ਜਦੋਂ ਤੁਸੀਂ ਇਹ ਪੁੱਛੋ ਕਿ ਇਹ ਜੰਗ 78 ਸਾਲਾਂ ਦੀ ਪਹਿਲੀ ਜੰਗ ਸੀ ਇੰਡੀਆ ਪਾਕਿਸਤਾਨ ਦੀ, ਐਸਕੇਲੇਸ਼ਨ ਹਾਲਾਤ ਪਹਿਲੀ ਦਫਾ ਖਰਾਬ ਹੋਏ? ਨਹੀਂ, ਕਿਸੇ ਵਜ੍ਹਾ ਨਾਲ ਖਰਾਬ ਹੋਏ, ਉਹੀ ਮਸਲਾ ਜਿਹੜਾ 78 ਸਾਲ ਚੱਲ ਰਿਹਾ। ਤੇ ਆਈ ਥਿੰਕ ਉਹਨਾਂ ਨੂੰ ਇਹ ਵੀ ਚਾਹੀਦਾ ਹੈ ਕਿ ਉਹ ਕਹਿਣ ਮੈਂ ਜੋ ਮਸਲੇ ਨੇ, ਜੋ ਰੂਟ ਕਾਜ਼ ਹੈ, ਉਹਨਾਂ ਨੂੰ ਵੀ ਐਡਰੈਸ ਕਰਾਂਗਾ। ਇੱਕ ਗੱਲ ਹੈ ਵੇ ਸ਼ਿਫਟ ਨਹੀਂ ਹੈਗੀ, ਉਹ ਸਿਲੈਕਟਿਵ ਜਜਮੈਂਟ ਹੁੰਦੀ ਹੈ। ਔਰ ਬਹੁਤ ਪੁਰਾਣੇ ਜ਼ਮਾਨੇ ਦੀ ਗੱਲ ਹੈ, ਬਿਫੋਰ ਕ੍ਰਾਈਸਟ ਇੱਕ ਥੂਸਿਡਿਸ ਇੱਕ ਜਨਰਲ ਸਨ एथेंस ਦੇ, 460 ਬਿਫੋਰ ਕ੍ਰਾਈਸਟ ਸਾਲ ਪੈਦਾ हुए और 400 ਬਿਫੋਰ ਕ੍ਰਾਈਸਟ ਸਾਲ ਪਹਿਲੇ ਫੌਤ ਹੋ ਗਏ। और 2500 ਸਾਲ ਪੁਰਾਣੀ ਮੈਂ ਗੱਲ ਕਰਨ ਡਿਆ ਤਾਂ ਉਹਨਾਂ ਨੇ ਉਦੋਂ ਕਿਹਾ ਸੀ ਆਪਣੀ ਇੱਕ ਮਿਲਟਰੀ ਸਟ੍ਰੈਟਜੀ ਦੀ ਕਿਤਾਬ 2500 ਸਾਲ ਪਹਿਲੇ, ਉਹਨਾਂ ਨੇ ਕਿਹਾ ਸੀ ਅੰਗਰੇਜ਼ੀ ਚ, ਉਹਨਾਂ ਨੇ ਕਿਹਾ ਸੀ ਦ ਸਟਰੋਂਗ ਮਸਟ ਡੂ ਵਾਟ ਹੀ ਕੈਨ ਐਂਡ ਦ ਪੂਅਰ ਔਰ ਦ ਵੀਕ ਮਸਟ ਸਫਰ ਦੈਟ ਹੀ ਸ਼ੁੱਡ। ਦੈਟ ਮੀਨਸ ਜਿਹਦਾ ਮਤਲਬ ਇਹ ਕਿ ਜਿਹੜਾ ਤਾਕਤਵਰ ਹੈ ਉਹਨੇ ਉਹ ਕਰ ਗੁਜ਼ਰਨਾ ਜੋ ਕਰ ਸਕਦਾ, ਔਰ ਜੋ ਕਮਜ਼ੋਰ ਹੈ ਉਹਨੇ ਉਹ ਸਫਰ ਕਰਨਾ ਜਿਹੜਾ ਉਹਨੂੰ ਕਰਨਾ ਚਾਹੀਦਾ ਹੈ।
ਮੈਂ 2500 ਸਾਲ ਪੁਰਾਣੀ ਗੱਲ ਪੜ੍ਹ ਕਰਕੇ ਤੁਹਾਨੂੰ ਇਹ ਸਾਬਤ ਕਰਨ ਦੀ ਕੋਸ਼ਿਸ਼ ਕਰ ਰਿਹਾ ਕਿ ਮੈਥਡੋਲੋਜੀ ਸ਼ਾਇਦ ਮੈਂ ਸਮਝ ਰਿਹਾ ਸਾਂ ਕਿ ਹੁਣ 2026 ਚ ਅਸੀਂ ਆ ਗਏ ਹਾਂ, ਸ਼ਾਇਦ ਐਥਿਕਸ, ਮੋਰੈਲਿਟੀ, ਇੱਕ ਵੈਲਿਊਜ਼ ਚੇਂਜ ਹੋ ਗਈਆਂ ਨੇ। ਹਾਲੇ ਵੀ ਨਹੀਂ ਚੇਂਜ ਹੋਈਆਂ, ਹਾਲੇ ਵੀ ਉਹੀ ਹੈ ਜਿਹਦੇ ਕੋਲ ਮਾਈਟ ਇਜ਼ ਰਾਈਟ, ਜਿਹਦੇ ਕੋਲ ਤਾਕਤ ਹੈ, ਉਹ ਰੂਲਸ ਆਫ ਦ ਬੁੱਕ ਲਿਖਦਾ ਹੈ ਔਰ ਰੂਲਸ ਬੇਸਡ ਆਪਣੇ ਆਰਡਰ ਖੁਦ ਬਣਾਉਂਦਾ ਹੈ ਔਰ ਕਹਿੰਦਾ ਇਹੋ ਹੀ ਆਰਡਰ ਹੈ ਔਰ ਇਹੋ ਹੀ ਰੂਲਸ ਨੇ। ਬਦਕਿਸਮਤੀ ਹੈਗੀ ਹੈ। ਜੀ ਸਾਹਿਬ, ਆਖਿਰ ਜਰਾ ਵੈਨਜ਼ੂਏਲਾ ਦੀ ਸੂਰਤ ਹਾਲ ਤੇ ਗੱਲ ਵੀ ਕਰ ਲੈਂਦੇ ਹਾਂ। ਵੈਨਜ਼ੂਏਲਾ 'ਚ ਇੱਕ ਕਾਰਵਾਈ ਹੋਈ, ਤੁਸੀਂ ਵੇਖਿਆ, ਬਲਕਿ ਪੂਰੀ ਦੁਨੀਆ ਜਿਹੜਾ ਹੈ ਉਹ ਵੇਖੀ, ਅਮਰੀਕਾ ਨੇ ਜਿਹੜਾ ਜੋ ਕੁਝ ਕੀਤਾ ਉੱਥੇ। ਤੁਸੀਂ ਕੀ ਸਮਝਦੇ ਹੋ ਅਮਰੀਕਾ ਦੀ ਇਹ ਕਾਰਵਾਈ ਤੇ ਉਹਦੇ ਉੱਤੇ ਫਿਰ ਉਹ ਯੂਰਪ ਜਿਹੜਾ ਕਿ ਬੜੇ ਆਪਣੇ ਆਪ ਨੂੰ ਕਹਿੰਦਾ ਜੀ ਅਸੀਂ ਇਸਲਾਮੀ ਹਕੂਕ ਦੇ ਬੜੇ ਅਲੰਬਰਦਾਰ ਹਾਂ, ਉੱਥੇ ਬਿਲਕੁਲ ਖਾਮੋਸ਼ੀ ਹੈ, ਉਹਦੀ ਵਜ੍ਹਾ ਕੀ ਨਜ਼ਰ ਆ ਰਹੀ ਹੈ? ਕਨਵਰਜੈਂਸ ਆਫ ਜਾਂ ਡਾਇਵਰਜੈਂਸ ਆਫ ਨੈਸ਼ਨਲ ਇੰਟਰਸਟ। ਯੂਰਪ ਦੇ ਸਮਝਦਾ ਹੈ ਕਿ ਉਹ ਖੜੇ ਹੋ ਸਕਦੇ ਨੇ। ਦੇਖੋ, ਸਿਰਫ ਖੜੇ ਨਹੀਂ ਹੋਣਾ ਉਹਨਾਂ ਦਾ ਨਾ, ਕੰਡੈਮ ਤੇ ਯੂਨਾਈਟਿਡ ਨੇਸ਼ਨਸ ਵੀ ਬੜੀ ਕਰਦਾ ਸ਼ਾਇਦ ਸਾਹਿਬ, ਉਹ ਰੈਜ਼ੋਲੂਸ਼ਨ ਬੜੀਆਂ ਪਾਸ ਕਰਦਾ ਯੂਨਾਈਟਿਡ ਨੇਸ਼ਨਸ। ਗਾਜ਼ਾ ਦੇ ਉਹਨਾਂ ਨੇ ਦੇਖੋ 2 ਸਾਲ ਬੰਬਾਰੀ ਹੁੰਦੀ ਗਈ, 70,000 ਲੋਕ ਸ਼ਹੀਦ ਹੋ ਗਏ, ਉਹ ਕੰਡੈਮ ਕਰਦਾ ਰਿਹਾ, ਉਹ ਰੈਜ਼ੋਲੂਸ਼ਨ ਪਾਸ ਕਰਦਾ ਰਿਹਾ। ਉਹਨੇ ਕਿਹਾ ਬਹੁਤ ਬੁਰੀ ਬਾਤ ਹੈ, ਬਹੁਤ ਬੁਰੀ ਬਾਤ ਹੈ, ਇਸ ਤੋਂ ਅੱਗੇ ਤਾਂ ਕੁਝ ਨਹੀਂ ਕਿਹਾ ਕਿਸੇ ਨੇ। ਹੁਣ ਯੂਰਪ ਵੀ ਦੇਖਦਾ ਹੈ ਕਿ ਉਹਦੇ ਆਪਣੇ ਬਾਇਲੈਟਰਲ ਰਿਲੇਸ਼ਨਸ ਇਤਨੇ ਸਟਰੋਂਗ ਨੇ ਅਮਰੀਕਾ ਦੇ ਨਾਲ ਔਰ ਡਿਪੈਂਡੈਂਟ ਨੇ ਬੜੀ ਚੀਜ਼ਾਂ ਤੇ ਉਹ ਅਮਰੀਕਨ ਯੂਰਪ ਆਪਸ 'ਚ, ਤੇ ਉਹ ਸਮਝਦੇ ਨੇ ਕਿ ਅਸੀਂ ਕੰਡੈਮ ਕਰ ਦਿੰਦੇ ਹਾਂ। ਛੋਟਾ ਮੋਟਾ ਕੰਡੈਮ ਵੀ ਕਿਸੇ ਖਾਸ ਨਹੀਂ, ਫਰਾਂਸ ਨੇ ਥੋੜਾ ਜਿਹਾ ਕੀਤਾ, ਬਾਕੀ ਤਾਂ ਸਭ ਨੇ ਕਿਹਾ ਕਿ ਜੀ ਦੋਨੋਂ ਮੁਲਕ एहतियात करें, दोनों मुल्क एहतियात करें। एहतियात तो जिस मुल्क ने हमला करके सदर चुके उन्होंने करनी चाहिए थी ना, लेकिन बदकिस्मती नाल इत्थे क्योंकि कन्वर्जेंस ऑफ इंटरस्ट है हर एक दी, अमेरिका का प्रेशर इतना ज्यादा है कि कोई खुल के तनकीद नहीं करता, सिर्फ दबे लफ्जां नाल आहिस्ता आहिस्ता कुछ कह देंदे ने। और बदकिस्मती नाल चाइना इस वेले इकनॉमिक प्रोग्रेस च लगा हुआ है, रूस यूक्रेन की जंग च फसिया हुआ है, शायद उन्होंने कोल भी टाइम या एनर्जी नहीं हैगी कि वो कोई एक्टिव रोल प्ले कर सकन। और यह न्यू नॉर्मल बनता जा रहा है बदकिस्मती नाल जो अमेरिका कर रहा है इस वेले। बहुत बहुत शुक्रिया एयर कमोडोर रिटायर्ड खालिद चिश्ती साहब, तुसीं मेरे प्रोग्राम में शिरकत की। नाजरीन, एक छोटा जिहा ब्रेक लेने, ब्रेक के बाद वापस आवांगे तो कुछ मजीद मामलात ते गल करेंगे। वेलकम बैक नाजरीन, तो गल करांगे जरा पाकिस्तानी सियासत की। अज एक बार फिर ਜਿਹੜੇ ਬਾਨੀ तहरीक इंसाफ ने उन्होंने नाल मुलाकात का दिन सी, उत्थे उन्होंने फैमिली गई। अज बाकायदा तौर पर कहा गया कि उत्थे खत्म कुरान होएगा, फैमिली गई, उत्थे जड़ा है वो सारा मामला चलता रहा, लेकिन ज़ाहिरी गल है मुलाकात नहीं हुई। दूजे पासे एक और भी मामला है, वो है जनाब वज़ीर आला KP सुहेल अफरीदी कराची जा रहे हैं। उन्होंने एक स्ट्रीट मूवमेंट शुरू की हुई है बानी चेयरमैन तहरीक इंसाफ के कहने के उत्ते, वो भी एक मामला है। एक और मामला है पाकिस्तान तहरीक इंसाफ के हवाले नाल है कि तहरीक इंसाफ के अंदरूनी मामलात भी कोई ठीक नहीं लग रहे। बैरिस्टर गौहर ने कहा कि जी असी मुलाकात की भीख मंगने, और जवाब विच सलमान अकरम राजा ते जड़ा है जोड़े अपना KP के वज़रा ने वो कह रहे हैं कि जी सलमान अकरम राजा साहब को एक गल नहीं करनी चाहिए सी। KP विच ऑपरेशन की मुखालफत हो रही है। बहुत कुछ जड़ा है पाकिस्तान तहरीक इंसाफ के हवाले नाल है। इस ते गल करने वास्ते मेरे नाल मौजूद ने पाकिस्तान तहरीक इंसाफ के रहनुमा जनाब अजहर सदीक एडवोकेट साहब। उन्होंने तो पूछांगे कि असल ये मामलात हैं की। अजहर सदीक एडवोकेट साहब, बहुत बहुत शुक्रिया तुसीं मेरे प्रोग्राम में शिरकत की। सर, सब तो पहला तो यह दसो कि अज मुलाकात का दिन सी, कल तो दसिया जा रही सी कि जी उत्थे कोई खत्मे कुरान होना है, लोगों को दावत दी जा रही सी, लोग बड़े अज कम गए हैं, यदी वजह की नज़र आ रही है तुहानू? बहुत शुक्रिया। देखो, गल ऐ नहीं हैगी, एक जबर दे माहौल ते जुल्म दे माहौल दे विच ना ते ना इंसाफी दे माहौल दे विच यानी दरवाजे सारे बंद कर लो, पानी सट दिओ, सही पुलिस नूं खड़ा कर दिओ, बैन लगा दिओ ते कहो मुलाकात नहीं हो सकी। देखो ना, या ते है ना गल बड़ी सीधी जी आ, इजाजत ना भी आंदे आ। उन्होंने वाज़े तौर ते कहता वफाकी हुकूमत ने कि असीं 8 फरवरी, असल डर और खौफ किस गल दा है, 8 फरवरी वाले दिन जिहड़ा एहतजाज है ना, वो जो कि पूरी दुनिया जाना है, दस्या जाना है कि 2 साल पूरे हो गया, गवर्नमेंट जिथे आगे रुकी आ, जो हालात और बन गया, तबाही और बर्बादी आ, उन्होंने समझना है इस गल नूं। यानी बुनियादी तौर के उत्ते परेशानी इस गल की है, वो लोगों को तोड़ना चाहते हैं, लोड़ नहीं तोड़ने वाले। मैं तुहानूं पहला ਇਹ ਤਾਂ ਪਤਾ ਸੀ ਕਿ ਮੁਲਾਕਾਤ ਉਹਨਾਂ ਨੇ ਕਰਾਣੀ ਨਹੀਂ 8 ਫਰਵਰੀ ਤੱਕ ਜਿੰਨਾ ਵੀ ਹੈ। ਹਾਲਾਂਕਿ ਮੈਂ ਇੱਕ ਤਜਵੀਜ਼ ਦਿੱਤੀ ਆ ਔਰ ਉਹ ਇੱਕ ਕੰਮ ਹੋਇਆ ਵੀ ਕਿ ਬੁਸ਼ਰਾ ਬੀਬੀ ਸਾਹਿਬਾ ਦੀ ਤਰਫੋਂ ਦਰਖਾਸਤ ਵੀ ਆਈ, ਹੋਮ ਡਿਪਾਰਟਮੈਂਟ ਵਾਲਿਆਂ ਨੂੰ, ਬਾਕੀਆਂ ਨੂੰ ਵੀ ਦਰਖਾਸਤ ਆਈ, ਤੇ ਮੈਂ ਉਹਦੀ ਤਜਵੀਜ਼ ਜੋ ਕਿ ਜ਼ਿਆਦਤੀ ਸਾਡੇ ਨਾਲ ਜਿਹੜੀ ਹੋਈ ਹੈ ਇਸਲਾਮਾਬਾਦ ਹਾਈ ਕੋਰਟ ਦੇ ਲਾਰਜਰ ਬੈਂਚ ਦਾ ਫੈਸਲਾ ਜਿਹੜਾ, ਹਾਲਾਂਕਿ ਲਾਰਜਰ ਬੈਂਚ ਦਾ ਮੁਲਾਕਾਤ ਨਾਲ ਕੋਈ ਤਾਲੁਕ ਨਹੀਂ ਸੀਗਾ, ਲੇਕਿਨ ਇੱਕ ਦਰਖਾਸਤ ਦੇ ਕੇ ਸੁਪਰਡੈਂਟ ਜੇਲ੍ਹ ਨੇ ਉਹ ਲਾਰਜਰ ਬੈਂਚ ਕੋ ਭਿਜਵਾ ਦੀ। ਹਾਲਾਂਕਿ ਮੈਂ ਤੁਹਾਨੂੰ ਜ਼ਦਾਰ ਜਿਹੜੀ ਗੱਲ ਦੱਸਣੀ ਆ ਕਿ ਮੇਰੀਆਂ 2 ਰਿਟਾਂ ਨੇ। ਇੱਕ ਰਿਟ ਤੇ ਮੈਂ ਕਿਹਾ ਸੀ ਕਿ ਇਮਰਾਨ ਖਾਨ ਔਰ ਬੁਸ਼ਰਾ ਬੀਬੀ ਨੂੰ ਬੈਨ ਅਲ-ਅਕਵਾਮੀ ਕਵਾਨੀਨ ਦੇ ਤਹਿਤ ਸਹੂਲੀਅਤ ਦੇ, ਪ੍ਰਿਜ਼ਨ ਐਕਟ, ਪ੍ਰਿਜ਼ਨ ਰੂਲਸ ਤੇ ਯੂਨੀਵਰਸਲ ਡੈਕਲੇਰੇਸ਼ਨ ਆਫ ਹਿਊਮਨ ਰਾਈਟ, ICCPR, ਨੈਲਸਨ ਮੰਡੇਲਾ ਰੂਲਸ ਤੇ ਕਾਇਰੋ ਡੈਕਲੇਰੇਸ਼ਨ, ਔਰ ਇਹ ਸਾਰਾ, ਔਰ ਨਾਲ ਮੈਂ ਕਿਹਾ ਕਮਿਸ਼ਨ ਬਣਾਇਆ ਜਾਵੇ
मैंने अपना सिविल आ जाए, साफी आ जाके देखन और हालात और वाकया सारा सामने देखन। दूसरा मैं आम कैदियों वास्ते कमाल भी आम कैदियों भी सहूलियत ਜਿਹੜੇ ਕਾਨੂੰਨ ਦੇ ਮੁਤਾਬਿਕ ਉਹ ਦਿੱਤੀ ਜਾਣ। ਹੱਤਾ ਕਿ ਮੈਂ ਇੱਕ ਹੋਰ ਪਟੀਸ਼ਨ ਦਾਇਰ ਕੀਤੀ ਹੋਈ ਹੈ ਕਿ ਇਸਲਾਮਾਬਾਦ ਦੀ ਆਪਣੀ ਜੇਲ੍ਹ ਕਾਇਮ ਕੀਤੀ ਜਾਏ ਇਸਲਾਮਾਬਾਦ ਦੇ ਲਾਅ ਐਂਡ ਆਰਡਰ ਦੇ ਹਵਾਲੇ ਨਾਲ। ਉਹ ਪਟੀਸ਼ਨ ਵੀ ਮੇਰੀ ਜਿਹੜੀ ਨਾ ਲਾਰਜਰ ਬੈਂਚ ਨੇ ਫੜ ਕੇ ਡਿਸਾਈਡ ਕਰ ਦਿੱਤੀ। ਦੇਖੋ ਨਾ, ਬੁਨਿਆਦੀ ਤੌਰ ਤੇ ਇਹ ਗੱਲ ਸਮਝੋ ਕਿ ਇਸ ਕਹਿਤ ਔਰ ਇਜਾਲ ਦੇ ਦੌਰ ਦੇ ਵਿੱਚ 3.5 ਸਾਲ ਚ ਐਡਾ ਜ਼ਿਆਦਤੀ ਔਰ ਜ਼ੁਲਮ ਜ਼ਿਆਉਲ ਦੇ ਦੌਰ ਚ ਨਹੀਂ ਹੋਇਆ, ਮੁਸ਼ਰਫ ਦੇ ਦੌਰ ਚ ਨਹੀਂ ਹੋਇਆ ਜਿਹੜਾ ਹੁਣ ਹੁੰਦਾ ਪਿਆ। ਤੇ ਇਹਨਾਂ ਹਾਲਾਤ ਦੇ ਵਿੱਚ ਅਗਰ ਕਿਹਾ ਜਾਵੇ ਕਿ ਮੁਲਾਕਾਤ ਨਹੀਂ, ਮੈਂ ਤੁਹਾਨੂੰ ਬੜੀ ਸਿੱਧੀ ਜੀ ਗੱਲ ਦੱਸਦਾ, ਮੈਂ ਥੋੜੀ ਮੋਟੀ ਦਿੱਕਤ ਹੈਗੀ ਆ। ਔਰ ਮੈਂ ਅਪ੍ਰੈਲ ਦੀ ਇੱਕ ਗੱਲ ਬੜੀ ਵਾਜ਼ਿਹ ਕਰਨਾ ਪਿਆ ਸ਼ਾਹਿਦ ਸਕਲੈਨ ਸਾਹਿਬ, ਮੈਂ ਕੀ ਕਹਿਣਾ ਪਿਆ ਕਿ ਮੈਂ ਜਿਹੜੇ ਗੱਲ ਕਰਨਾ ਸੀ ਉਹ ਤਾਂ ਕਹਿਣਾ ਸੀ ਸਤੰਬਰ ਹੋਊਗਾ, ਨਵੰਬਰ ਤੋਂ ਹਾਲਾਤ ਬਦਲਣਗੇ। ਲੋਕੀ ਦੇਖੋ ਅੱਜ ਕੱਲ ਅਗਰ ਸੁਲਹ ਸਫਾਈ ਦੀ ਗੱਲ ਹੋ ਰਹੀ ਆ, ਅਗਰ ਆਪਸ ਡਿਸਕਸ਼ਨ ਦੀ ਗੱਲ ਹੋ ਰਹੀ ਆ ਕਿ ਆਪਸ ਮੁਜ਼ਾਕਰਾਤ ਕਰੋ, ਕੁਝ ਚੀਜ਼ਾਂ ਨੂੰ ਸੈਟਲ ਕਰੋ, ਤੇਰਾ ਮਤਲਬ ਕੀ ਆ ਕਿ ਚੀਜ਼ਾਂ ਕਿਸੇ ਇੱਕ ਪਾਸੇ ਜਾਂਦੀ ਪਈਆਂ ਨੇ। ਇਹਦਾ ਮਤਲਬ ਕੀ ਹੈ, ਮੈਂ ਨਹੀਂ ਕਹਿੰਦਾ ਕੋਈ ਸੁਲਹ ਸਫਾਈ ਹੋਣੀ ਹੈ, ਲੇਕਿਨ ਇੱਕ ਮੈਂ ਗੱਲ ਇਹਦੇ ਨਾਲ ਹੋਰ ਵੀ ਜੋੜਦਾ ਕਿ ਤਾਰੀਖੀ ਤੌਰ ਦੇ ਉੱਤੇ ਆਪਣਾ ਜ਼ਿਆਉਲ ਹਕ ਦੇ ਦੌਰ ਤੋਂ ਲੈ ਕੇ ਮੁਸ਼ਰਫ ਦੇ ਦੌਰ ਤੱਕ ਜਿਹੜੀ ਵੀ ਹਕੂਮਤ ਆਈ ਆ ਉਹ ਤਕਰੀਬਨ ਸਮਝ ਲਓ 22-24 ਮਹੀਨੇ 26 ਮਹੀਨੇ ਰਹੀ ਆ। ਲੇਕਿਨ ਮੁਸ਼ਰਫ ਤੋਂ ਬਾਅਦ ਯਾਨੀ 18ਵੀਂ ਤਰਮੀਮ ਤੋਂ ਬਾਅਦ ਮਿਸਾਕੇ ਜਮਹੂਰੀਅਤ ਤੋਂ ਬਾਅਦ ਇਹ ਜਿਹੜਾ ਜਿੰਨਾ ਵੀ ਮਾਮਲਾ ਹੈ ਨਾ, ਇਹ ਚਲਾ ਗਿਆ ਕੋਈ 3.5 ਸਾਲ ਦਾ 3.5 ਸਾਲ ਦਾ 3.5 ਸਾਲ 4 ਸਾਲ ਚਲੇ। ਉਹ ਕੋਈ ਵੀ ਲੈ ਲਓ, ਯੂਸਫ ਰਜ਼ਾ ਗਿਲਾਨੀ ਕਿ ਮੈਂ ਡਿਸਕੁਆਲੀਫਾਈ ਕਰਾਇਆ ਸੀਗਾ, ਉਹਨੂੰ ਯੂਸਫ ਰਜ਼ਾ ਗਿਲਾਨੀ ਲੈ ਲਓ, ਅੱਛਾ ਨਵਾਜ਼ ਸ਼ਰੀਫ ਲੈ ਲਓ, ਫਿਰ ਉਸ ਤੋਂ ਬਾਅਦ ਲੈ ਲਓ ਇਮਰਾਨ ਖਾਨ ਲੈ ਲਓ। ਤੇ ਇਹ ਸ਼ਬਾਜ਼ ਸ਼ਰੀਫ ਦੇ ਹੁਣ 3.5 ਸਾਲ ਜਿਹੜੇ ਨੇ ਪੂਰੇ ਹੋ ਗਏ ਹੋਏ ਆ। ਹੁਣ ਅੰਦਰੋਂ ਮੁਸੀਬਤ ਹੈਗੀ ਹੁਣ ਕਿ ਮਨੂਨ ਲੀਗ ਜਿਹੜੀ ਆ ਹੁਣ ਇਸ ਵੇਲੇ ਵਜ਼ਰੋਲਾਂ ਤੇ ਵਜ਼ਨਾਂ ਤੇ ਆਈ ਹੋਈ ਆ ਕਿ ਉਹਨਾਂ ਨੇ ਚੀਫ ਆਫ ਦੀ ਆਰਮੀ ਸਟਾਫ ਦੇ ਹਵਾਲੇ ਨਾਲ ਚੀਫ ਆਫ ਡਿਫੈਂਸ ਫੋਰਸਿਸ ਬਣ ਗਿਆ। ਮੈਂ ਉਦੋਂ ਕਿਹਾ ਸੀਗਾ ਅਪ੍ਰੈਲ ਦੇ ਵਿੱਚ ਕਿ 5 ਸਾਲ ਲਈ ਆਣਾ ਹੈ, ਮੈਂ ਬੜੀ ਵਜ਼ਾਹਤ ਨਾਲ ਕਿਹਾ ਸੀਗਾ, ਔਰ ਉਹ ਵੇਖ ਲਓ 5 ਸਾਲ ਵਾਸਤੇ ਹੀ ਆਏ ਆ। ਹੁਣ ਉਹਨਾਂ ਨੇ ਨੋਟੀਫਿਕੇਸ਼ਨ ਰੋਕਣ ਦੀ ਕੋਸ਼ਿਸ਼ ਕੀਤੀ। ਕਈ ਮਾਮਲਾਤ ਐਸੇ ਆ ਜਿਹੜੇ ਸਾਰੇ ਸਾਹਮਣੇ ਆ ਚੁੱਕੇ ਆ, ਸਾਰੇ ਰਿਕਾਰਡ ਦੇ ਉੱਤੇ ਆ ਚੁੱਕੇ ਆ। ਹੁਣ ਇਹ ਸਾਰਾ ਕੁਝ ਡਿਪੈਂਡ ਕਰਦਾ ਹੈ ਕਿ ਹੁਣ ਰਾਸਤਾ ਕੀ ਦਿੰਦੇ ਆ। ਲੇਕਿਨ ਮੈਂ ਦੇਖ ਲਵਾਂ ਇਮਰਾਨ ਖਾਨ ਨੂੰ ਜੂਨ ਤੋਂ ਜ਼ਿਆਦਾ ਅੱਗੇ ਤੁਸੀਂ ਲਿਜਾ ਨਹੀਂ ਸਕਦੇ। ਜੂਨ ਤੋਂ ਪਹਿਲਾਂ ਤੁਹਾਨੂੰ ਰਿਹਾਈ ਦੇਣੀ ਪੈਣੀ ਆ। ਕਿੰਨਾ ਕੁ ਲੈ ਜਾਓਗੇ ਤੁਸੀਂ, ਕਿੰਨਾ ਕੁ ਲੈ ਜਾਓਗੇ ਚੀਜ਼ਾਂ ਨੂੰ, ਕਿੱਥੇ ਤੱਕ ਲੈ ਜਾਓਗੇ? ਜਿੱਥੇ ਤੱਕ ਤੁਸੀਂ ਚੀਜ਼ਾਂ ਲੈ ਗਏ ਹੋ ਚੀਜ਼ਾਂ ਨੇ ਵਾਪਸ ਆਪਣੀ ਜਗ੍ਹਾ ਤੇ ਆਣਾ ਹੀ ਆਣਾ ਹੈ। ਮੇਰੀ ਗੱਲ ਯਾਦ ਰੱਖਣਾ, ਚੀਜ਼ਾਂ ਨੇ ਆਪਣੀ ਜਗ੍ਹਾ ਤੇ ਵਾਪਸ ਆਣਾ ਹੀ ਆਣਾ। ਹੁਣ ਕਿਦੋਂ ਤੱਕ ਆਂਦਾ, ਮੇਰੀ ਜਿਹੜੀ ਹੈ ਜਿਹੜੀ ਡੇਟ ਜਿਹੜੀ ਪ੍ਰੋਜੈਕਟਡ ਡੇਟ ਜਿਹੜੀ ਆ ਜਾਂ ਹਾਲਾਤ ਔਰ ਵਾਕਿਆਂ ਨੂੰ ਦੇਖਦੇ ਮੈਂ ਜੂਨ ਤੱਕ ਦੇਖਦਾ ਪਿਆ। ਤੁਸੀਂ ਖਿੱਚ ਖੁੱਚ ਕੇ ਲੈ ਜਾਓਗੇ ਲੇਕਿਨ ਜੂਨ ਤੋਂ ਅੱਗੇ ਨਹੀਂ ਲਿਜਾ ਸਕਦੇ। ਅੱਛਾ ਸਿੱਦੀਕ ਐਡਵੋਕੇਟ ਸਾਹਿਬ, ਦੂਜੇ ਪਾਰਟੀਆਂ ਦੀਆਂ ਤੁਸੀਂ ਗੱਲਾਂ ਸਾਰੀਆਂ ਦੱਸ ਦਿੱਤੀਆਂ, ਆਪਣੀ ਪਾਰਟੀ ਦੇ ਅੰਦਰੂਨੀ ਮਾਮਲਾਤ ਦੇ ਬਾਰੇ ਨਾਲ ਦੱਸੋ। ਇੱਕ ਪਾਸੇ ਬੈਰਿਸਟਰ ਗੋਹਰ ਸਾਹਿਬ ਕੋਈ ਗੱਲ ਕਰਦੇ ਨੇ, ਸਲਮਾਨ ਅਕਰਮ ਰਾਜਾ ਤੇ ਦੂਜੇ ਰਹਿਨੁਮਾ ਉਹਨਾਂ ਦੀ ਮੁਖਾਲਫਤ ਵਿੱਚ ਬਿਆਨ ਦੇ ਦਿੰਦੇ ਨੇ। ਪਾਰਟੀ ਦੇ ਅੰਦਰ ਜਿਹੜੀ ਧੜੇਬਾਜ਼ੀ ਹੈ, ਪਾਰਟੀ ਦੇ ਅੰਦਰ ਇੱਕ ਦੂਜੇ ਦੀ ਮੁਖਾਲਫਤ ਹੈ, ਇਹ ਕੀ ਚੱਲ ਰਿਹਾ ਪਾਰਟੀ ਸਰ? ਨਹੀਂ ਦੇਖੋ, ਮੈਂ ਤੁਹਾਨੂੰ ਛੋਟੀ ਜਿਹੀ ਗੱਲ ਦੱਸਾਂ। ਮੈਂ ਇੱਕ ਕੁਆਲਿਟੀ ਸੀ ਇਮਰਾਨ ਖਾਨ ਸਾਹਿਬ ਜਿਹੜੇ ਨਾ ਕਾਨੂੰਨੀ ਗੱਲਾਂ ਜਾਂ ਬਾਕੀ ਗੱਲਾਂ ਅਸੀਂ ਸਾਰੇ ਬੈਠੀ ਹੁੰਦੇ ਸੀਗਾ, ਸਾਰੇ ਵਕੀਲ ਅਸੀਂ ਹੋਈਦਾ ਸੀਗਾ, ਉਹ ਖੁਦ ਮੋਨੀਟਰ ਕਰਦੇ ਸੀ, ਖੁਦ ਦੇਖਦਾ ਸੀ। ਹੁਣ ਪ੍ਰੋਬਲਮ ਜਿਹੜੀ ਥੋੜੀ ਮੋਟੀ ਦਿੱਕਤ ਜਿਹੜੀ ਆਉਂਦੀ ਵੀ ਕਿਉਂਕਿ ਇਮਰਾਨ ਖਾਨ ਸਾਹਿਬ ਜੇਲ੍ਹ 'ਚ ਤੇ ਕੋਰ ਕਮੇਟੀ ਦੇ ਬਾਕੀ ਮਸਾਇਲ ਕੋਈ ਇਹੋ ਜਿਹੇ ਹੈ ਕਿ ਜਿਹਦੀ ਵਜ੍ਹਾ ਨਾਲ ਉਲਝਣਾ ਬਹੁਤ ਜ਼ਿਆਦਾ ਨੇ। ਯਾਨੀ ਮੈਂ ਨਹੀਂ ਕਹਿੰਦਾ ਪਿਆ ਕਮਿਊਨੀਕੇਸ਼ਨ ਗੈਪ ਹੈਗਾ, ਯਾਨੀ ਮੈਂ ਵੀ ਸਮਝਦਾ ਕਿ ਬੈਰਿਸਟਰ ਗੌਹਰ ਸਾਹਿਬ ਨੂੰ ਮਿੰਨਤ ਤਰਲੇ ਵਾਲੀ ਗੱਲ ਬਣਦੀ ਨਹੀਂ, ਕਿਉਂਕਿ ਇਮਰਾਨ ਖਾਨ ਕਿਸੇ ਮਿੰਨਤ ਤਰਲੇ ਨੂੰ ਯਕੀਨ ਹੀ ਨਹੀਂ ਕਰਦਾ, ਨਾ ਕਿਸੇ ਐਨਆਰਓ ਤੇ ਯਕੀਨ ਕਰਦਾ, ਉਹ ਕਾਨੂੰਨ ਦੀ ਹੁਕਮਰਾਨੀ ਤੇ ਯਕੀਨ ਕਰਦਾ। ਔਰ ਪਾਕਿਸਤਾਨ ਸਿਆਸਤਦਾਨ ਕਿ ਜਿਹਨੇ ਆਪਣੇ ਹੀ ਦੌਰ ਦੇ ਵਿੱਚ ਅਗਰ ਸਜ਼ਾਵਾਂ ਹੋਈਆਂ ਤੇ ਸਜ਼ਾਵਾਂ ਦੀ ਫਾਈਨਲ ਕੀ ਹੋਇਆ ਕਿ ਉਹਨਾਂ ਦੌਰ ਦੇ ਵਿੱਚ ਹੀ ਬਰੀਅਤ ਹੋਈ ਆ। ਤੇ ਰਿਕਾਰਡ ਦੇਖ ਲਓ ਨਾ, ਯਾਨੀ ਉਹਨੇ ਕੋਈ ਐਨਆਰਓ ਨਹੀਂ ਲਿੱਤਾ, ਉਹਨੇ ਇਹ ਨਹੀਂ ਕਿਹਾ ਕਿ ਮੇਰੀ ਅਗਲੀ ਹਕੂਮਤ ਆਏਗੀ ਤੇ ਮੈਂ ਜਾ ਕੇ ਤਾਰੀਖ ਚੁੱਕ ਕੇ ਲੈ ਜਾਓ, ਚਾਹੇ ਆਸਫ ਜ਼ਰਦਾਰੀ ਹੋਵੇ ਜਾਂ ਨਵਾਜ਼ ਸ਼ਰੀਫ ਹੋਵੇ। ਇਹਨਾਂ ਨੇ ਹਮੇਸ਼ਾ ਇੰਝ ਹੀ ਕੀਤਾ ਕਿ ਆਪਣੇ ਦੌਰ ਚ ਲਿਆ ਕੇ ਆਪਣੇ ਕੇਸ ਫੇਰ ਖਤਮ ਕਰਾਇਆ। ਤੇ ਇਮਰਾਨ ਖਾਨ ਇਸ ਲਈ ਵਾਹਿਦ ਲੀਡਰ ਆ ਕਿ ਜਿਹਨੇ ਇਹੋ ਜਿਹੇ ਮਾਮਲਾ ਨਹੀਂ ਕੀਤੇ, ਉਹਨਾਂ ਨੇ ਰਕਮ ਕੀਤੀ ਹੈ। ਤੇ ਮੈਂ ਜਿਹੜੀਆਂ ਚੀਜ਼ਾਂ ਛੋਟੀ ਮੋਟੀਆਂ ਹੈ ਨਾ ਜਿਹੜੀਆਂ ਗੱਲਾਂ, ਮਿਸਾਲ ਦੇ ਤੌਰ ਤੇ ਛੋਟੀ ਜਿਹੀ ਗੱਲ ਲੈ ਲਓ ਨਾ, ਯਾਨੀ ਹੁਣ ਸਪੀਕਰ ਜਿਹੜਾ ਸੀਗਾ ਕੌਮੀ ਅਸੈਂਬਲੀ ਦੇ ਹਵਾਲੇ ਨਾਲ ਉਹਨੇ ਯਾਨੀ ਬੜੀ ਅਜੀਬ ਜੀ ਗੱਲ ਕੀਤੀ ਕਿ ਜਨਾਬ ਵਿੱਚੋਂ ਕਈ ਬੰਦੇ ਐਸੇ ਆ, ਉਹ ਅਹਿਮਦ ਡੋਗਰ ਤੇ ਇਲਜ਼ਾਮ ਲਾ ਛੱਡਿਆ। ਅਹਿਮਦ ਡੋਗਰ ਨੇ ਕਿਹਾ ਕਿ 76 ਦੇ 76 ਬੰਦਿਆਂ ਨੇ ਕਿਹਾ ਕਿ ਆਪੋਜੀਸ਼ਨ ਲੀਡਰ ਮਹਿਮੂਦ ਅਜ਼ਹਰ ਸਾਹਿਬ ਹੋਣਗੇ। ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਨਾ ਕਿ ਇਸ ਮੁਲਕ ਦੇ ਵਿੱਚ ਲਾ ਕਾਨੂੰਨੀਅਤ ਔਰ ਹਾਲਾਤ ਔਰ ਵਾਕਿਆ ਜਦੋਂ ਇਹੋ ਜਿਹੇ ਮਸਾਇਲ ਹੋਣ ਤੇ ਛੋਟੀ ਮੋਟੀ ਗੱਲ ਹੋ ਜਾਂਦੀ ਹੈ। ਲੇਕਿਨ ਇਹ ਤਾਂ ਇਹ ਕਹਿਣਾ ਗੱਲ ਸਿਰਫ ਇਮਰਾਨ ਖਾਨ ਤੋਂ ਸ਼ੁਰੂ ਹੁੰਦੀ ਹੈ ਤੇ ਇਮਰਾਨ ਖਾਨ ਤੇ ਮੁੱਕ ਰਹੀ ਆ। ਤੇ ਪਾਕਿਸਤਾਨ ਤਹਿਰੀਕ ਇਨਸਾਫ ਦਾ ਜਿਹੜਾ ਏਜੰਡਾ ਹੈ ਉਹ ਸਾਰਾ ਹਰ ਇੱਕ ਦੇ ਸਾਹਮਣੇ ਆ। ਤੁਸੀਂ ਉਦੋਂ ਸਮਝ ਸਕਦੇ ਹੋ ਕਿ ਹਾਲਾਤ ਔਰ ਵਾਕਿਆਤ। ਔਰ ਮੈਂ ਇਹ ਚੀਜ਼ਾਂ ਨੂੰ ਵੇਖਦਾ ਪਿਆ, ਮੈਂ ਜਿਹੜਾ ਵੇਖਦਾ ਪਿਆ ਨਾ ਕਿ ਬੜਾ ਔਖਾ ਕੰਮ ਆ। ਅੱਛਾ ਸਾਹਿਬ, ਇਹ ਵਾਜ਼ੇ ਤੌਰ ਤੇ ਦੱਸੋ ਕਿ ਤੁਸੀਂ ਮੁਲਾਕਾਤ ਵਾਸਤੇ ਜਾਂਦੇ ਹੋ, ਮੁਲਾਕਾਤ ਨਹੀਂ ਹੁੰਦੀ, ਸਟਰੀਟ ਮੂਵਮੈਂਟ ਸ਼ੁਰੂ ਹੋ ਗਈ, ਕਰਾਚੀ ਵੀ ਜਾ ਰਿਹਾ ਵਜ਼ੀਰ ਆਲਾ KP,
ਤੇ ਮਾਯੂਸ ਹੋ ਗਏ ਹੋ ਮੁਲਾਕਾਤ ਦੇ ਮਾਮਲੇ 'ਚ? ਤੁਸੀਂ ਤੇ ਆਪ ਵਕੀਲ ਹੋ, ਜਾਂਦੇ ਹੋਗੇ ਅਦਾਲਤਾਂ 'ਚ, ਉੱਥੇ ਸਾਰੇ ਮਾਮਲਾਤ ਚੱਲ ਰਹੇ ਨੇ ਅਦਾਲਤਾਂ 'ਚ। ਪਾਕਿਸਤਾਨ ਤਹਿਰੀਕ ਇਨਸਾਫ ਮਾਯੂਸ ਹੋ ਗਈ ਇਸ ਮਾਮਲੇ 'ਚ? ਨਹੀਂ ਦੇਖੋ, ਮੈਂ ਸ਼ਾਇਦ ਜੀ ਤੁਹਾਨੂੰ ਦੱਸਾਂ ਗੱਲ, ਮੇਰੀਆਂ ਜਿਹੜੀਆਂ ਮੁਲਾਕਾਤਾਂ ਸੀ ਹਾਈ ਕੋਰਟ ਦੇ ਆਰਡਰ ਨਾਲ ਹੁੰਦੀਆਂ ਸਨ। ਮੇਰੀ ਆਖਰੀ ਮੁਲਾਕਾਤ ਆਪਣਾ 17 ਸਤੰਬਰ 2024 ਦੀ, ਸਾਲ ਤੋਂ ਜ਼ਿਆਦਾ ਹੋ ਗਿਆ, 1.5 ਘੰਟੇ ਦੀ ਮੇਰੀ ਮੁਲਾਕਾਤ ਬੁਸ਼ਰਾ ਬੀਬੀ ਔਰ ਇਮਰਾਨ ਖਾਨ ਸਾਹਿਬ ਨਾਲ ਹੋਈ ਸੀ। ਔਰ ਮੁਲਾਕਾਤਾਂ ਨਹੀਂ ਹੁੰਦੀਆਂ ਪਈਆਂ, ਉਹ ਚਲੇ ਜਾਓ ਮੁਲਾਕਾਤ ਦਾ ਕਬੋ ਹੈ ਨਹੀਂ। ਦੇਖੋ ਇਹ ਜ਼ੁਲਮ ਆ ਬੁਨਿਆਦੀ। ਅੱਜ ਅਗਰ ਮੈਂ ਮਿਸਾਲ ਦੇ ਤੌਰ ਤੇ ਮੈਂ ਬੁਨਿਆਦੀ ਹਕੂਕ ਦੀ ਤਨਜ਼ੀਮਾਂ ਦੇ ਕੋਲ ਅਗਰ ਚਲਾ ਜਾਂਦੇ, ਪਾਕਿਸਤਾਨ ਦੀ ਕੀ ਇੱਜ਼ਤ ਰਹਿ ਜਾਏਗੀ, ਇਹਨਾਂ ਲੋਕਾਂ ਦੀ ਕੀ ਇੱਜ਼ਤ ਰਹਿ ਜਾਏਗੀ। ਯਾਨੀ ਅੱਜ ਅਗਰ ਮੈਂ ਤਹਿਰੀਰੀ ਤੌਰ ਤੇ ਇੱਕ ਦਰਖਾਸਤ ਹੀ ਅਗਰ ਦਾਇਰ ਕਰਦਾ, ਚਲੋ ਟਵਿੱਟਰ ਵਗੈਰਾ ਤੇ ਗੱਲ ਕਰ ਦਈਦੀ ਆ, ਟੀਵੀ ਚੈਨਲ ਬਹਿ ਕੇ ਗੱਲ ਕਰਦੀ, ਜੇ ਮੈਂ ਬਕਾਇਦਾ ਕੰਪਲੇਂਟ ਇੱਕ ਫਾਈਲ ਕਰ ਦਿੱਤੀ। ਔਰ ਦੇਖੋ ਯਾਨੀ ਜਿਹੜੀ ਮੈਂ ਤੁਹਾਨੂੰ ਦੂਸਰੀ ਗੱਲ ਦੱਸਦਾ, ਮੈਂ ਇਤਜਾਜੀ ਸਿਆਸਤ ਬਿਲਕੁਲ ਹੋਣੀ ਹੈ। 8 ਫਰਵਰੀ ਦਾ ਜਲਸਾ ਜਲੂਸ ਇਤਜਾਜ ਜ਼ਰੂਰ ਹੋਣੇ ਆ। ਔਰ 8 ਫਰਵਰੀ ਦੇ ਜਿਹੜੇ ਦਿਨ ਤੋਂ ਬਾਅਦ ਤੁਸੀਂ ਆਪ ਹਾਲਾਤ 8 ਫਰਵਰੀ ਦਾ ਅਗਰ ਬਿਹਤਰੀਨ ਇਤਜਾਜ ਕਰ ਲਿਆ, ਲੋਕਾਂ ਨੂੰ ਕੱਢ ਲਿਆ ਹੈ, ਲੋਕਾਂ ਨੂੰ ਰੋਕਣਾ ਨਾ ਪਿਆ, ਲੋਕੀ ਸਾਰੇ ਬਾਹਰ ਆ ਗਏ, ਤੇ ਉਹਦੇ ਨਤਾਇਜ ਤੁਹਾਡੇ ਸਾਹਮਣੇ ਆਣਗੇ। ਉਹਦਾ ਰਿਜ਼ਲਟ ਵੀ ਪੋਜ਼ਿਟਿਵ ਨਜ਼ਰ ਨਹੀਂ ਆ, ਵੀ ਤੁਹਾਨੂੰ ਮੈਂ ਦੱਸ ਦੇਵਾਂ, ਮੈਨੂੰ ਉਹਦੇ ਵੀ ਰਿਜ਼ਲਟ ਪੋਜ਼ਿਟਿਵ ਨਜ਼ਰ ਆਉਂਦੇ ਪਏ ਕਿ ਜਿਹਨਾਂ ਦੇ ਹਾਲਾਤ ਬਿਹਤਰੀ ਤਰਫ ਜਾਣਗੇ। ਲੇਕਿਨ ਮੈਂ ਇਤਜਾਜੀ ਸਿਆਸਤ ਇਨਸ਼ਾਅੱਲਾ ਵੱਲ ਹੋਣੀ ਆ, ਸੜਕਾਂ ਤੇ ਵੀ ਨਿਕਲਣਾ, ਮਸਾਇਲ ਆਪਣੀ ਜਗ੍ਹਾ ਰਹਿਣਗੇ, ਲੇਕਿਨ ਲੋਕ ਹੁਣ ਦੇਖੋ ਨਾ ਇਸ ਤਰ੍ਹਾਂ ਨਿਕਲਣਾ ਸ਼ੁਰੂ ਹੋਇਆ। ਸੁਹੇਲ ਅਫਰੀਦੀ ਨੇ ਬੜੇ ਸੋਹਣੇ ਤਰੀਕੇ ਨਾਲ ਪੰਜਾਬ ਕਵਰ ਕੀਤਾ, ਹੁਣ ਆਪਣਾ ਸੂਬਾ ਸਿੰਧ ਦਾ ਕਵਰ ਕਰਨ ਤੋਂ ਇਲਾਵਾ ਫਿਰ KP ਤੋਂ ਕਰਕੇ ਆਇੰਦਲੇ ਤੁਸੀਂ ਫਾਈਨਲੀ ਇੰਜ ਹੀ ਦੇਖੋਗੇ ਕਿ ਗਰਾਊਂਡ ਦੇ ਉੱਤੇ ਮੌਜੂਦ ਹੈਗੇ। ਅਦਰਸੀਪ ਐਡਵੋਕੇਟ ਸਾਹਿਬ, ਇੱਕ ਗੱਲ ਦੱਸੋ, ਕਿਹਾ ਜਾ ਰਿਹਾ ਹੈ ਕਿ ਸ਼ਾਇਦ 5 ਵੱਡਾਂ ਦੇ ਬੈਂਡ ਦੀ ਗੱਲ ਹੋ ਰਹੀ ਹੈ ਕਿ ਉਹ ਬੈਂਡ, ਫਿਰ ਬੈਰਿਸਟਰ ਗੋਹਰ ਸਾਹਿਬ ਅੱਜ ਕਿਹਾ ਕਿ ਜੀ ਅਗਰ ਇਹ ਗੱਲ ਹੈ 5 ਦੇ ਬੈਂਡ ਦੀ, ਤੇ ਫਿਰ ਤੇ ਅਸੀਂ ਨਾ ਹੀ ਸਮਝੀਏ। ਮੁਜ਼ਾਕਰਾਤ ਦੇ ਹਵਾਲੇ ਨਾਲ ਤੁਹਾਡਾ ਕੀ ਮੌਕਫ ਹੈ? ਕੋਈ ਹਕੂਮਤ ਨਾਲ ਜਾਂ ਕਿਸੇ ਨਾਲ ਕੋਈ ਮੁਜ਼ਾਕਰਾਤ ਹੋ ਸਕਦੇ ਨੇ ਪਾਕਿਸਤਾਨ ਤਹਿਰੀਕ ਇਨਸਾਫ ਦੇ? ਦੇਖੋ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਗੱਲ, ਪਾਕਿਸਤਾਨ ਤਹਿਰੀਕ ਇਨਸਾਫ ਦੇ ਕੋਈ ਮੁਜ਼ਾਕਰਾਤ ਨਹੀਂ ਕਰਨੇ। ਮੈਂ ਤੁਹਾਨੂੰ ਬੜੀ ਵਜ਼ਾਹਤ ਨਾਲ ਦੱਸਦਾ, ਇਮਰਾਨ ਖਾਨ ਨੇ ਸਵਾਲ ਹੀ ਕੋਈ ਪਤਾ ਮੁਜ਼ਾਕਰਾਤ ਕਰਨੇ ਹੀ ਨਹੀਂ ਹੈ। ਉਹਨਾਂ ਨੇ ਕਿਹਾ ਕਿ ਇੱਕ ਮੈਂਡੇਟ ਦਿੱਤਾ ਤਹਿਰੀਕੇ ਤਹਫੁਜ਼ ਆਈਨ ਪਾਕਿਸਤਾਨ ਨੂੰ, ਕਿ ਤਹਿਰੀਕੇ ਤਹਫੁਜ਼ ਆਈਨ ਪਾਕਿਸਤਾਨ ਅਗਰ ਮੁਜ਼ਾਕਰਾਤ ਹੁੰਦੇ ਆ, ਚੀਜ਼ਾਂ ਵੇਖੀਆਂ ਜਾਂਦੀਆਂ ਤੇ ਉਹ ਵੇਖੇ। ਦੇਖੋ ਨਾ ਗੱਲ ਤੇ ਇਹ ਕਹੀ ਹੈ ਨਾ ਜੀ, ਕਿ ਉਹਨੇ ਵੇਖਣਾ, ਉਹਨੇ ਦੇਖਣਾ ਤੇ ਤਹਿਰੀਕੇ ਤਹਫੁਜ਼ ਆਈਨ। ਤੁਸੀਂ ਗੌਰ ਕਰੋ ਜਰਾ, ਮੁਜ਼ਾਕਰਾਤ ਕਿਸ ਗੱਲ ਦੇ ਕਰਨੇ ਆ, ਜਰਾ ਸ਼ਰਮ ਨਾਲ ਡੁੱਬਣ ਦਾ ਮਕਾਮ ਉਹਨਾਂ ਵਾਸਤੇ। ਅੱਜ ਤੋਂ 30 ਸਾਲ ਪਹਿਲਾਂ ਮਿਸਾਕੇ ਜਮਹੂਰੀਅਤ ਦੀ ਗੱਲਾਂ ਸ਼ੁਰੂ ਹੋਈਆਂ ਸੀ ਤੇ 2006 ਚ ਜਾ ਕੇ ਮੁੱਕੀਆਂ ਸਨ। ਅੱਜ ਜਿਹੜਾ ਤਹਿਰੀਕੇ ਤਹਫੁਜ਼ ਆਈਨ ਪਾਕਿਸਤਾਨ ਨੇ ਕਿ 2006 ਤੋਂ ਲੈ ਗਿਆ, ਉਹਨਾਂ ਨੇ ਕੀ ਗੱਲਾਂ ਕਹੀਆਂ ਨੇ ਤੁਹਾਡੇ ਸਾਹਮਣੇ ਆ। ਉਹਨਾਂ ਨੇ ਕੀ ਗੱਲਾਂ ਕਹੀਆਂ ਨੇ, ਉਹਨਾਂ ਨੇ ਕੀ ਕਹਿੰਦੇ ਪਏ ਨੇ, ਇੰਤਖਾਬ ਹੋਣਗੇ, ਜਮਹੂਰੀਅਤ ਦੀ ਬਹਾਲੀ ਹੋਏਗੀ, ਆਇਨ ਵਾਪਸ ਆਏਗਾ, ਸਿਆਸੀ ਇੰਜੀਨੀਅਰਿੰਗ ਖਤਮ ਹੋਵੇਗੀ, ਫਿਰ ਇਲੈਕਸ਼ਨ ਕਮਿਸ਼ਨ ਆਜ਼ਾਦ ਔਰ ਖੁਦ ਮੁਖਤਾਰ ਹੋਏਗਾ। ਜਰਾ ਗੌਰ ਤੇ ਕਰੋ ਨਾ ਇਸ ਗੱਲ ਤੇ। ਯਾਨੀ ਤੁਸੀਂ ਇਹ ਸਿਆਸੀ ਜਮਾਤਾਂ ਨੇ ਪਾਕਿਸਤਾਨ ਨੂੰ ਕਿੱਥੇ ਲਿਆ ਕੇ ਖੜਾ ਕਰਤਾ ਹੈ। ਤੇ ਹੁਣ ਤੇ ਮੁਜ਼ਾਕਰਾ ਦੇ ਸਿਰਫ ਇੰਨਾ ਏਜੰਡਾ, ਔਰ ਅਸੀਂ ਕੋਈ ਸਾਡਾ ਕੋਈ ਯਾਨੀ ਨਾ ਹੁਣ ਗੱਲ ਹੈ ਇਮਰਾਨ ਖਾਨ ਦਾ ਮੁਜ਼ਾਕਰਾ ਦਾ ਜਰੀਏ ਬਾਹਰ ਲਿਆਉਣ ਦੀ ਲੋੜ ਹੀ ਕੋਈ ਨਹੀਂ ਜੀ। ਤੁਸੀਂ ਜਿੱਥੇ ਆਇਨ ਔਰ ਕਾਨੂੰਨ ਦੀ ਬਹਾਲੀ ਦੀ ਗੱਲ ਕਰੋਗੇ, ਅੱਜ ਅਪੀਲਾਂ ਮੈਰਿਟ ਤੇ ਸੁਣਨਾ ਸ਼ੁਰੂ ਕਰ ਦਿਓ, ਡੇ ਟੂ ਡੇ ਸੁਣਨਾ ਸ਼ੁਰੂ ਕਰ ਦਿਓ, ਤੁਹਾਡੇ ਸਾਹਮਣੇ ਰਿਜ਼ਲਟ ਆ ਜਾਣਗੇ, ਤੁਸੀਂ ਆਪ ਵੇਖ ਲਓਗੇ, ਇੱਕ ਇੱਕ ਚੀਜ਼ ਤੁਹਾਡੇ ਸਾਹਮਣੇ ਆ ਜਾਏਗੀ। ਅਦਰ ਸਾਹਿਬ, ਇਹ ਜਾਂਦੇ ਜਾਂਦੇ ਇਹ ਵੀ ਦੱਸ ਦਿਓ, ਅੱਜ DGI SPR ਸਾਹਿਬ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ, ਆਪਰੇਸ਼ਨ ਦੇ ਹਵਾਲੇ ਨਾਲ ਗੱਲ ਕੀਤੀ, ਤੁਸੀਂ ਆਪਣਾ ਮੌਕਫ ਦੱਸ ਦਿਓ। ਦੇਖੋ KP ਹਕੂਮਤ ਤੇ ਕਹਿ ਰਹੀ, ਤੁਹਾਡੀ ਹਕੂਮਤ ਤੇ ਕਹਿ ਰਹੀ ਅਸੀਂ ਆਪਰੇਸ਼ਨ ਨਹੀਂ ਹੋਣ ਦੇਵਾਂਗੇ। ਤੁਸੀਂ ਦੱਸੋ, ਮਾਮਲਾਤ ਜਿਹੜੇ ਨੇ, ਦਹਿਸ਼ਤਗਰਦੀ ਹੋ ਰਹੀ ਹੈ, ਸਾਡੇ ਜਿਹੜੇ ਜਵਾਨ ਨੇ ਉਹ ਕੁਰਬਾਨੀਆਂ ਦੇ ਰਹੇ ਨੇ, ਆਮ ਸਿਵਿਲੀਅਨਸ ਦੇ ਕੁਰਬਾਨੀਆਂ ਨੇ, ਤੁਸੀਂ ਕੀ ਸਮਝਦੇ ਹੋ KP ਦੇ ਵਿੱਚ ਆਪਰੇਸ਼ਨ ਹੋਣਾ ਚਾਹੀਦਾ ਜਾਂ ਨਹੀਂ ਹੋਣਾ ਚਾਹੀਦਾ? ਦੇਖੋ ਮੈਂ ਇੱਕ ਛੋਟੀ ਜੀ ਗੱਲ ਦੱਸਾਂ, ਮੈਂ ਤੇ ਹਜੇ ਤੱਕ ਇਹੋ ਜੀ ਗੱਲ ਕੋਈ ਦੇਖੀ ਨਹੀਂ। ਚੁੱਕਿਆ ਫੈਸਲਾ ਖੈਬਰ ਪਖਤੂਨਖਵਾ ਦੀ ਹਕੂਮਤ ਨੇ ਕਰਨਾ ਹੈ ਤੇ ਉਹਨਾਂ ਦੇ ਲੋਕਾਂ ਨੇ ਕਰਨਾ ਹੈ। ਉਹ ਬਹਿ ਕੇ ਜੋ ਵੀ ਫੈਸਲਾ ਕਰਨ, ਮਿਸਾਲ ਦੇ ਤੌਰ ਤੇ ਕਰੋ, ਉਹਨਾਂ ਦੀ ਆਪਣੀ ਰਿਜ਼ਰਵੇਸ਼ਨ ਦੇ ਨੇ ਨਾ, ਜੋ ਅੱਜ ਤੱਕ ਗੱਲਾਂ ਕਰਦੇ ਨੇ ਕਿ ਇੰਨੇ ਆਪਰੇਸ਼ਨ ਹੋ ਕੇ ਅਸੀਂ ਉੱਥੇ ਦੇ ਉੱਥੇ ਹੀ ਖਲੋਤੇ, ਅਸੀਂ ਮੁਲਕ ਨੂੰ ਅੱਗੇ ਨਹੀਂ ਲਿਜਾ ਸਕੇ। ਉਹ ਅਗਰ ਇਹੋ ਜੀ ਗੱਲ ਕਰਦੇ ਆ ਤੇ ਉਹਨਾਂ ਦਾ ਨੁਕਤਾ ਨਜ਼ਰੀਆ ਨਹੀਂ। ਮੈਂ ਅੱਜ ਵੀ ਸਮਝਦਾ ਕਿ ਖੈਬਰ ਪਖਤੂਨਖਵਾ ਦੀ ਹਕੂਮਤ ਨੂੰ, ਉਹਨਾਂ ਦੀ ਜਿਹੜੀ ਉੱਥੇ ਸੂਬਾਈ ਅਸੈਂਬਲੀ ਆ, ਇਹਨਾਂ ਸਾਰਿਆਂ ਨੂੰ ਸੁਣਨਾ ਚਾਹੀਦਾ ਹੈ, ਇਹਨਾਂ ਸਾਰਿਆਂ ਦੀ ਗੱਲ ਰਾਏ ਲੈਣੀ ਚਾਹੀਦੀ ਆ। ਔਰ ਉਹਦੇ ਬਾਅਦ ਜਿਹੜਾ ਜੀ ਉਹ ਇਕੱਠਾ ਆਪਰੇਸ਼ਨ ਤੇ ਜਾਈਏ। ਅਗਰ ਤੁਸੀਂ ਦਹਿਸ਼ਤਗਰਦੀ ਖਤਮ ਕਰਨੀ ਤਾਂ ਆਪਰੇਸ਼ਨ ਤੇ ਹੋਣਾ ਚਾਹੀਦਾ ਹੈ, ਲੇਕਿਨ ਉਹ ਜਿਹੜਾ ਉਹ ਗੱਲ ਕਰਦੇ ਆ, ਉਹਨਾਂ ਦੀ ਸੁਣ ਕੇ ਆਪਰੇਸ਼ਨ ਉਸ ਤਰ੍ਹਾਂ ਕਰ ਲਿਆ ਜਾਵੇ ਤੇ ਮੈਂ ਨਹੀਂ ਸਮਝਦਾ ਕੋਈ ਮਜ਼ਾਕ ਹੈ, ਨਾ ਕੋਈ ਗੱਲ ਹੈ, ਨਾ ਕੋਈ ਪ੍ਰੋਬਲਮ ਹੈ। ਉਹਨੂੰ ਉਹਦੇ ਮੁਤਾਬਿਕ ਅਗਰ ਲੈ ਕੇ ਚੱਲਣ ਤੇ ਰਿਜ਼ਲਟ ਵੀ ਚੰਗੇ ਲੱਭਣਗੇ ਜੀ। ਬਹੁਤ ਬਹੁਤ ਸ਼ੁਕਰੀਆ ਆਜ਼ਰ ਸਦੀਕ ਐਡਵੋਕੇਟ ਸਾਹਿਬ, ਮੇਰੇ ਪ੍ਰੋਗਰਾਮ ਵਿੱਚ ਸ਼ਰੀਕ ਸਨ। ਇੱਕ ਛੋਟਾ ਜਿਹਾ ਬ੍ਰੇਕ ਲੈਣਾ, ਬ੍ਰੇਕ ਦੇ ਬਾਅਦ ਵਾਪਸ ਆਣਾ ਤੇ ਕੁਝ ਮਜ਼ੀਦ ਮਾਮਲਾਤ ਤੇ ਗੱਲ ਕਰਾਂਗੇ।
ਵੈਲਕਮ ਬੈਕ ਨਾਜ਼ਰੀਨ। ਤੇ ਪ੍ਰੋਗਰਾਮ ਦੇ ਆਖਰੀ ਹਿੱਸੇ 'ਚ ਗੱਲ ਕਰਾਂਗੇ ਜ਼ਰਾ ਪੜੋਸੀ ਮੁਲਕ ਈਰਾਨ ਦੀ। ਈਰਾਨ ਵਿੱਚ ਇਹਤਜਾਜੀ ਮੁਜ਼ਾਹਰੇ ਹੋਏ ਨੇ ਤੇ ਉੱਥੇ 78 ਸ਼ਹਿਰਾਂ ਤੱਕ ਇਹ ਮੁਜ਼ਾਹਰੇ ਫੈਲ ਗਏ ਨੇ, ਜਿਹਦੇ ਵਿੱਚ ਦੱਸਿਆ ਜਾ ਰਿਹਾ ਕਿ 19 ਦੇ ਕਰੀਬ ਅਫਰਾਦ ਜਿਹੜਾ ਹੈ ਉਹ ਹਲਾਕ ਹੋਏ ਨੇ ਤੇ ਤਕਰੀਬਨ 1000 ਦੇ ਕਰੀਬ ਲੋਕ ਜਿਹੜਾ ਉਹ ਗ੍ਰਿਫਤਾਰ ਵੀ ਹੋ ਗਏ ਨੇ। ਮੁਜ਼ਾਹਰੇ ਜਿਹੜਾ ਹੈ ਉਹ ਸਿਕਿਉਰਿਟੀ ਦੇ ਸਖਤ ਇਕਦਾਮਾਤ ਨੇ ਉੱਥੇ ਸਿਕਿਉਰਿਟੀ ਦੇ ਤੇ ਪੁਲਿਸ ਦੇ ਜਿਹੜੇ ਬਾਕੀ ਸਿਕਿਉਰਿਟੀ ਫੋਰਸਿਸ ਜਿਹੜੇ ਸਿਕਿਉਰਿਟੀ ਦੇ ਇਦਾਰੇ ਨੇ ਉਹ ਵੀ ਉੱਥੇ ਇਜ਼ਾਫੀ ਨਫਰੀ ਉਹਨਾਂ ਦੀ ਤਾਇਨਾਤ ਕਰ ਦਿੱਤੀ ਗਈ ਹੈ। ਈਰਾਨ ਵਿੱਚ ਜਾਰੀ ਜਿਹੜੇ ਇਹਤਜਾਜੀ ਮੁਜ਼ਾਹਰੇ ਨੇ ਇਹ ਜਿਹੜਾ ਹੈ ਉਹ ਤਕਰੀਬਨ 78 ਮੈਂ ਤੁਹਾਨੂੰ ਦੱਸ ਰਿਹਾ ਕਿ ਸ਼ਹਿਰਾਂ ਤੱਕ ਜਿਹੜਾ ਹੈ ਉਹ ਫੈਲ ਗਏ ਨੇ, ਜਿਹੜੇ ਕਿ 26 ਸੂਬਿਆਂ 'ਚ ਨੇ, ਜਿੱਥਾਂ ਮੁਜ਼ਾਹਰੀਨ ਨੇ ਦੀਆਂ ਜਿਹੜਾ ਉਹ ਸਿਕਿਉਰਿਟੀ ਫੋਰਸਿਸ ਨਾਲ ਝੜਪਾਂ ਵੀ ਹੋਈਆਂ ਨੇ ਤੇ ਹਲਾਕਤਾਂ ਵੀ ਹੋਈਆਂ ਨੇ। ਜਿਹੜੇ ਇਨਸਾਨੀ ਹਕੂਕ ਉੱਤੇ ਨਜ਼ਰ ਰੱਖਣ ਵਾਲੇ ਜਿਹੜੇ ਖਬਰ ਅਸਾਂ ਇਦਾਰੇ ਨੇ ਤੇ ਬਾਕੀ ਜਿਤਨੇ ਇਦਾਰੇ ਨੇ ਉਹ ਇਹ ਦੱਸ ਰਹੇ ਨੇ ਕਿ ਜੀ ਫਾਇਰਿੰਗ ਦੇ ਵਾਕਿਆਤ ਵਿੱਚ ਤਕਰੀਬਨ 50 ਤੋਂ ਵੱਧ ਜਿਹੜੇ ਮੁਜ਼ਾਹਰੀਨ ਨੇ ਉਹ ਜ਼ਖਮੀ ਹੋਏ ਨੇ, ਜਦਕਿ ਇਰਾਨੀ ਸਿਕਿਉਰਿਟੀ ਫੋਰਸਿਸ ਨੇ ਤਕਰੀਬਨ 1000 ਦੇ ਕਰੀਬ ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਹੈ। HRAN ਦੇ ਮੁਤਾਬਿਕ ਇਹ ਇੱਕ ਇਦਾਰਾ ਹੈ, ਉਹ ਦੱਸ ਰਿਹਾ ਕਿ ਇਹਤਜਾਜੀ ਮੁਜ਼ਾਹਰੇ ਸਖਤ ਸਿਕਿਉਰਿਟੀ ਇਕਦਾਮਾਤ ਉੱਥੇ ਕਰ ਦਿੱਤੇ ਗਏ ਨੇ, ਸਿਕਿਉਰਿਟੀ ਲਾ ਦਿੱਤੀ ਗਈ ਹੈ ਤੇ ਰਿਪੋਰਟ ਵਿੱਚ ਇਹ ਦੱਸਿਆ ਗਿਆ ਕਿ ਈਰਾਨ ਵਿੱਚ ਜਾਰੀ ਇਹਤਜਾਜੀ ਮੁਜ਼ਾਹਰੇ ਜਿਹੜਾ ਹੈ ਉਹ ਤਕਰੀਬਨ ਉਹਨੂੰ 9 ਦਿਨ ਹੋ ਗਏ ਨੇ, ਜਿੱਥੋਂ ਜਾਮਿਆਤ ਦੇ ਤਲਬਾ ਦੀ ਜਿਨ੍ਹਾਂ ਦੇ ਵਿੱਚ ਬੜੀ ਤਾਦਾਦ ਜਿਹੜੀ ਉਹ ਸ਼ਿਰਕਤ ਕਰ ਰਹੀ ਹੈ। ਤੇ ਇਸ ਰਿਪੋਰਟ ਦੇ ਮੁਤਾਬਿਕ ਜਿਹੜਾ ਹੈ ਪੁਲਿਸ ਤੇ ਸਿਕਿਉਰਿਟੀ ਫੋਰਸਿਸ ਨੇ ਫਾਇਰਿੰਗ ਆਸੂ ਗੈਸ ਸ਼ੈਲ ਦਾ ਵੀ ਇਸਤੇਮਾਲ ਕੀਤਾ ਬੜੇ ਵੱਡੇ ਪੈਮਾਨੇ ਦੇ ਉੱਤੇ ਤੇ ਗ੍ਰਿਫਤਾਰੀਆਂ ਵੀ ਹੋਈਆਂ ਨੇ ਤੇ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹਨਾਂ ਮੁਜ਼ਾਹਰਿਆਂ ਨੂੰ ਕਿਸੇ ਤਰੀਕੇ ਨਾਲ ਰੋਕਿਆ ਜਾਵੇ ਤੇ ਹਕੂਮਤ ਨੇ ਜਿਹੜਾ ਹੈ ਇਹਤਜਾਜ ਦੇ ਦਬਾਅ ਨੂੰ ਕਮ ਕਰਨ ਵਾਸਤੇ ਆਵਾਮ ਨੂੰ ਜਿਹੜਾ ਹੈ ਆਇੰਦਾ 4 ਮਹੀਨੇ ਵਾਸਤੇ ਤਕਰੀਬਨ $7 ਮਾਹਾਨਾ ਅਲਾਊਂਸ ਦਾ ਵੀ ਐਲਾਨ ਕੀਤਾ ਹੈ। ਦੂਜੇ ਪਾਸੇ ਇਰਾਨੀ ਪਾਰਲੀਮੈਂਟ ਦੇ ਜਿਹੜੇ ਸਪੀਕਰ ਨੇ ਉਹਨਾਂ ਦਾ ਕਹਿਣਾ ਸੀ ਕਿ ਇਹਤਜਾਜ ਕਰਨ ਵਾਲੇ ਸ਼ਹਿਰੀਆਂ ਦੇ ਜਾਇਜ਼ ਮੁਤਾਲਬਾਤ ਜ਼ਰੂਰ ਮੰਨਾਂਗੇ ਤੇ ਉਹਨਾਂ ਨੇ ਕਿਹਾ ਕਿ ਗੈਰ ਮੁਲਕੀ ਏਜੰਸੀਆਂ ਦੀਆਂ ਸਾਜ਼ਿਸ਼ਾਂ ਨੂੰ ਵੀ ਅਸੀਂ ਜਿਹੜਾ ਹੈ ਉਹ ਨਾਕਾਮ ਬਣਾਵਾਂਗੇ। ਅੱਛਾ, ਇੱਥੇ ਇੱਕ ਜਿਹੜੀ ਸੁਪਰੀਮ ਕੋਰਟ ਹੈ ਈਰਾਨ ਦੀ, ਉਹਨਾਂ ਵੀ ਦੱਸਿਆ ਕਿ ਉਹਨਾਂ ਦੇ ਸੁਪਰੀਮ ਕੋਰਟ ਦੇ ਜਿਹੜੇ ਚੀਫ ਜਸਟਿਸ ਨੇ ਉਹਨਾਂ ਕਿਹਾ ਕਿ ਜੀ ਜਿਹੜੇ ਮੁਜ਼ਾਹਰੀਨ ਨੇ ਉਹਨਾਂ ਨਾਲ ਕਿਸੇ ਕਿਸਮ ਦੀ ਵੀ ਕੋਈ ਰਿਆਇਤ ਨਹੀਂ ਕੀਤੀ ਜਾਏਗੀ, ਉਹਨਾਂ ਦੇ ਖਿਲਾਫ ਜਿਹੜਾ ਹੈ ਉਹ ਬਾਕਾਇਦਾ ਤੌਰ ਤੇ ਕਾਰਵਾਈ ਹੋਏਗੀ। ਖਬਰ ਅਸਾਂ ਇਦਾਰੇ ਦੇ ਮੁਤਾबिक ਚੀਫ ਜਸਟਿਸ ਨੇ ਅਦਾਲਤੀ ਕੌਂਸਲ ਦੇ ਇਜਲਾਸ ਨੂੰ ਖਿਤਾਬ ਕਰਦੇ ਹੋਏ ਕਿਹਾ ਕਿ ਅਟਾਰਨੀ ਜਨਰਲ ਜਿਹੜਾ ਹੈ ਉਹ ਤਮਾਮ ਸੂਬਿਆਂ ਦੇ ਪ੍ਰੋਸੀਕਿਊਟਰ ਤੇ ਅਟਾਰਨੀ ਜਨਰਲ ਜਿਹੜੇ ਨੇ ਉਹ ਕਾਨੂੰਨ ਦੇ ਮੁਤਾबिक ਜਿਹੜਾ ਹੈ ਉਹ ਸ਼ਰਪਸੰਦਾਂ ਨਾਲ ਸਖਤੀ ਦੇ ਨਾਲ ਨਿਪਟਣ ਤੇ ਹਾਮੀਆਂ ਦੇ ਖਿਲਾਫ ਜਿਹੜੇ ਮੁਜ਼ਾਹਰਿਆਂ ਦੇ ਹਾਮੀ ਨੇ ਉਹਨਾਂ ਦੇ ਖਿਲਾਫ ਕਾਰਵਾਈ ਦੀ ਉੱਥੇ ਜਿਹੜਾ ਹੈ ਉਹ ਬਾਕਾਇਦਾ ਤੌਰ ਤੇ ਹਦਾਇਤ ਜਾਰੀ ਕਰ ਦਿੱਤੀ ਗਈ। ਚੀਫ ਜਸਟਿਸ ਨੇ ਮੁਲਕ ਵਿੱਚ ਹਾਲੀਆ ਵਾਕਿਆਤ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਦੁਸ਼ਮਣ ਅਨਾਸਰ ਸਾਡੇ ਮੁਲਕ ਵਿੱਚ ਬਦਮਨੀ ਫੈਲਾਉਣਾ ਚਾਹੁੰਦੇ ਨੇ ਤੇ ਇਹ ਉਹ ਨਾਕਾਮ ਕੋਸ਼ਿਸ਼ਾਂ ਨੇ ਜਿਹੜੇ ਉਹ ਬੜੇ ਅਰਸੇ ਤੋਂ ਕਰ ਰਹੇ ਨੇ। ਉਹਨਾਂ ਜ਼ੋਰ ਦਿੱਤਾ ਕਿ ਇਸਲਾਮੀ ਜਮਹੂਰੀਆ ਈਰਾਨ ਵਿੱਚ ਇਹਤਜਾਜ ਕਰਨ ਵਾਲੇ ਸ਼ਹਿਰੀਆਂ ਤੇ ਤਖਰੀਬਕਾਰ ਅਨਾਸਰ ਦੇ ਦਰਮਿਆਨ ਵਾਜ਼ੇ ਫਰਕ ਜਿਹੜਾ ਹੈ ਉਹ ਅਸੀਂ ਉਹਦੇ ਕਾਇਲ ਹਾਂ। ਇਰਾਨੀ ਚੀਫ ਜਸਟਿਸ ਦਾ ਕਹਿਣਾ ਸੀ ਕਿ ਆਵਾਮ ਤੇ ਕੌਮੀ ਸਲਾਮਤੀ ਨੂੰ ਖਤਰੇ 'ਚ ਪਾਉਣ ਵਾਲੇ ਜਿਹੜੇ ਲੋਕ ਨੇ ਉਹਨਾਂ ਜਿਹੜਾ ਹੈ ਉਹਨਾਂ ਦੇ ਹਵਾਲੇ ਨਾਲ ਫੈਸਲਾ ਕਾਨੂੰਨ ਦੇ ਮੁਤਾबिक ਕੀਤਾ ਜਾਏਗਾ। ਬਹੁਤ ਹੀ ਗੰਭੀਰ ਸੂਰਤ ਹਾਲ ਸਾਡੇ ਪੜੋਸ ਵਿੱਚ ਇੱਕ ਮੁਲਕ ਵਿੱਚ ਪੈਦਾ ਹੋ ਰਹੀ ਹੈ। ਬਹਰਹਾਲ ਇਹ ਉਹ ਸਾਰੀ ਸੂਰਤ ਹਾਲ ਸੀ ਸਾਡੇ ਖਿੱਤੇ ਦੀ, ਸਾਡੇ ਮੁਲਕ ਦੀ ਤੇ ਆਸ-ਪਾਸ ਦੇ ਜਿਤਨੇ ਮਮਾਲਿਕ ਨੇ ਉਹਨਾਂ ਦੀ। ਅੱਜ ਦੇ ਪ੍ਰੋਗਰਾਮ ਤੋਂ ਇਤਨਾ ਹੀ, ਇਜਾਜ਼ਤ ਦਿਓ, ਇੰਸ਼ਾਅੱਲਾ ਅਗਲੇ ਪ੍ਰੋਗਰਾਮ ਵਿੱਚ ਮੁਲਾਕਾਤ ਜ਼ਰੂਰ ਹੋਏਗੀ। ਪਾਕਿस्तान जिंदाबाद। अल्लाह हाफिज़।